ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਇਕੰਤ ਹੋਏ ਜਬ ਹੈ ਕੌਲਾਂ ਦਰਸ਼ਨ ਪਿਆਸ ਆਈ ਅਤ ਮੋਦਤ ਹਿਰਦੈ ਪ੍ਰਵਿਸ਼ੀ ਤਾਸ ਆਵਾਸ ਗੁਰ ਇਕੰਤ ਹੋਏ ਜਬ ਹੈ ਕੌਲਾਂ ਦਰਸ਼ਨ ਪਿਆਸ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁੱਖਾਂ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ ਗੱਜ ਕੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਪਿਆਰ ਸ਼ਰਧਾ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਦੀ ਸੰਗਤਾਂ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਗੁਰੂ ਸਾਹਿਬ ਕਈ ਮਹੀਨੇ ਭਾਈ ਕੀ ਡਰੌਲੀ ਰਹੇ ਆ, ਉੱਥੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਵੈਸਾਖੀ ਦਾ ਜਿਹੜਾ ਦਿਹਾੜਾ ਉਹ ਵੀ ਗੁਰੂ ਜੀ ਨੇ ਭਾਈ ਕੀ ਡਰੌਲੀ ਵਿਖੇ ਮਨਾਇਆ ਜੀ। ਸਿੱਖ ਸੰਗਤਾਂ ਅੰਮ੍ਰਿਤਸਰ ਦੀਆਂ ਵਿਆਕੁਲ ਹੋ ਗਈਆਂ। ਗੁਰੂ ਸਾਹਿਬ ਸਾਰਿਆਂ ਦੀ ਇੱਛਾ ਜਾਣ ਕੇ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਕਿਹਾ ਭਾਈ ਤਿਆਰੀ ਕਰੋ, ਅਸੀਂ ਅੰਮ੍ਰਿਤਸਰ ਜਾਣਾ ਹੈ ਜੀ। ਜਦੋਂ ਮਹਾਰਾਜ ਜੀ ਨੇ ਇਹ ਬਚਨ ਕਹੇ, ਸ਼ਾਮ ਨੂੰ ਬੀਬੀ ਰਾਮੋ ਜੀ ਤੇ ਭਾਈ ਸਾਈਂ ਦਾਸ ਜੀ ਮਹਾਰਾਜ ਕੋਲ ਆਏ। ਸੱਚੇ ਪਾਤਸ਼ਾਹ ਕੱਲ੍ਹ ਆਪ ਜੀ ਨੇ ਅੰਮ੍ਰਿਤਸਰ ਨੂੰ ਚਾਲਾ ਪਾਉਣਾ ਹੈ, ਮਹਾਰਾਜ ਸਾਡੇ ਕੋਲ ਇਹੋ ਜਿਹੀ ਕਿਹੜੀ ਭੁੱਲ ਹੋ ਗਈ ਹੈ ਜੋ ਆਪ ਜੀ ਇਸ ਤਰ੍ਹਾਂ ਚੱਲੇ ਹੋ। ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ, ਤੁਹਾਡੇ ਕੋਲੋਂ ਭੁੱਲ ਨਹੀਂ ਹੋਈ, ਤੁਸੀਂ ਸਗੋਂ ਸੇਵਾ ਸਾਡੀ ਪਿਆਰ ਨਾਲ ਕੀਤੀ ਹੈ। ਪਰ ਕੁਝ ਗੁਰੂ ਕੇ ਪਿਆਰੇ ਐਸੇ ਸਿੱਖ ਨੇ ਜਿਹੜੇ ਵੱਡੇ ਗੁਰੂਆਂ ਤੋਂ ਚੱਲਦੇ ਆ ਰਹੇ ਨੇ, ਉਹਨਾਂ ਸਾਨੂੰ ਆਖਿਆ ਵੀ ਅੰਮ੍ਰਿਤਸਰ ਪਹੁੰਚੋ, ਇਸ ਕਰਕੇ ਅਸੀਂ ਉਹਨਾਂ ਦਾ ਹੁਕਮ ਨਹੀਂ ਮੋੜ ਸਕਦੇ। ਗੁਰੂ ਜੀ ਨੇ ਨਿਮਰਤਾ ਦੇ ਵਿੱਚ ਇਹ ਗੱਲ ਆਖੀ। ਬੀਬੀ ਰਾਮੋ ਜੀ ਤੇ ਸਾਈਂ ਦਾਸ ਜੀ ਨੇ ਕੁਝ ਨਹੀਂ ਕਿਹਾ ਜੀ। ਅਗਲੇ ਦਿਨ ਫਿਰ ਮਹਾਰਾਜ ਨੇ ਚਾਲਾ ਪਾਇਆ। ਜਿਵੇਂ ਬੀਬੀ ਰਾਮੋ ਜੀ ਦਾ ਮਿਲਾਪ ਹੋਇਆ ਆਪਣੀ ਭੈਣ ਜੀ ਦੇ ਨਾਲ, ਉਹ ਵੀ ਤੁਸੀਂ ਕਥਾ ਦੇ ਵਿੱਚ ਸੰਗਤ ਜੀ ਕੱਲ੍ਹ ਸੁਣਿਆ। ਸਾਈਂ ਦਾਸ ਜੀ ਨੇ ਮਹਾਰਾਜ ਜੀ ਦੇ ਚਰਨਾਂ 'ਤੇ ਸਿਰ ਰੱਖਿਆ। ਦੂਰ ਤੱਕ ਮਹਾਰਾਜ ਨੂੰ ਤੋਰਨ ਵਾਸਤੇ ਅੱਗੇ ਆਏ। ਫਿਰ ਮਹਾਰਾਜ ਜੀ ਰਸਤੇ ਵਿੱਚ ਪੜਾਅ ਬਰ ਪੜਾਅ ਕਰਦੇ ਹੋਏ ਗਰੀਬ ਨਵਾਜ ਜੀ ਅੰਮ੍ਰਿਤਸਰ ਸਾਹਿਬ ਪਹੁੰਚੇ ਜੀ।
ਜਦੋਂ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਹਨ, ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਉਹ ਅੰਮ੍ਰਿਤਸਰ ਦੇ ਬਾਰ-ਬਾਰ ਖਲੋ ਕੇ ਮਹਾਰਾਜ ਜੀ ਨੂੰ ਲੈਣ ਆਉਂਦੀਆਂ ਨੇ ਜੀ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਵਰਤਿਆ, ਸੁੱਖ ਵਾਲਾ ਮਾਹੌਲ ਵਰਤਿਆ। ਫਿਰ ਗੁਰੂ ਜੀ ਬਾਬਾ ਗੁਰਦਿੱਤਾ ਜੀ ਨੂੰ ਆਪ ਆਪਣੀ ਗੋਦ ਵਿੱਚ ਲੈ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਏ ਜੀ। ਉੱਥੇ ਜਾ ਕੇ ਨਮਸਕਾਰ ਕੀਤੀ। ਨਵੇਂ ਬਾਲਕ ਜਨਮੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਦੇ ਚਰਨੀ ਲਾਇਆ ਜੀ। ਬੰਦਗੀ ਵਾਲੇ ਪੁਰਸ਼ਾਂ ਦਾ ਸਦਾ ਹੀ ਸਤਿਕਾਰ ਕਰਨਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ। ਫਿਰ ਮਹਾਰਾਜ ਗਰੀਬ ਨਵਾਜ਼ ਦਰਬਾਰ ਸਾਹਿਬ ਤੋਂ ਘਰ ਗਏ ਜੀ। ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਸਾਰੇ ਹੀ ਆਪਣੇ ਘਰ ਵਿੱਚ ਆ ਕੇ ਬੈਠੇ। ਅੰਮ੍ਰਿਤਸਰ ਦੀਆਂ ਸੰਗਤਾਂ ਬੜੇ ਵੱਡੇ ਪੱਧਰ 'ਤੇ ਆ ਕੇ ਗੁਰੂ ਜੀ ਦੇ ਦਰਸ਼ਨ ਕਰ ਰਹੀਆਂ ਹਨ, ਭੇਟਾਵਾਂ ਚੜ੍ਹਾ ਰਹੀਆਂ ਹਨ ਅਤੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੀਆਂ ਹਨ। ਹੁਣ ਆਪਾਂ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਸਾਰੀਆਂ ਸੰਗਤਾਂ ਧਰੋ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ। ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਇਕੰਤ ਹੋਏ ਜਬ ਹੈ, ਕੌਲਾਂ ਦਰਸ਼ਨ ਪਿਆਸ। ਹਜੂਰ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਸਭਨਾਂ ਨੇ ਦਰਸ਼ਨ ਕੀਤੇ। ਜਦੋਂ ਮਹਾਰਾਜ ਇਕੰਤ ਹੋਏ ਨਾ ਜੀ, ਇਕਾਗਰਤਾ ਵਿੱਚ ਇਕੱਲੇ ਬੈਠੇ ਹੈ, ਉਸ ਸਮੇਂ ਫਿਰ ਕੌਲਾਂ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਬੀਬੀ ਕੌਲਾਂ ਜੀ ਮਹਾਰਾਜ ਜੀ ਦੇ ਨਾਲ ਬਹੁਤਾ ਹੀ ਪ੍ਰੇਮ ਹੈ ਜਿਨ੍ਹਾਂ ਦਾ ਜੀ, ਸਿੱਖ ਤੇ ਗੁਰੂ ਵਾਲਾ ਜੀ। ਹਾਂਜੀ, ਆਈ ਅਤ ਮੋਦਿਤ ਹਿਰਦੈ। ਕੌਲਾਂ ਜੀ ਫਿਰ ਬਹੁਤ ਜ਼ਿਆਦਾ ਖੁਸ਼ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਆਏ। ਪ੍ਰਵੇਸ਼ੀ ਤਾਸ ਆਵਾਸ। ਤੇ ਸੰਗਤ ਜੀ ਮਹਾਰਾਜ ਜੀ ਦੇ ਘਰ ਵਿੱਚ ਆਏ ਜੀ। ਘਰ ਵਿੱਚ ਆਏ ਜਿੱਥੇ ਗੁਰੂ ਜੀ ਦਾ ਪਰਿਵਾਰ ਵੀ ਹੈ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਘਰ 'ਚ ਬੈਠੇ ਹੈ। ਕੌਲਾਂ ਜੀ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਘਰ ਵਿੱਚ ਆਏ ਜੀ। ਹਾਂਜੀ, ਚੌਪਈ ਜਨ ਸੁਨ ਕਾਨ ਪ੍ਰਿਯ ਬਾਤ ਚਕੋਰੀ। ਜਿਵੇਂ ਚਕੋਰ ਦਾ ਪ੍ਰੇਮ ਚੰਦ ਨਾਲ ਹੁੰਦਾ ਜੀ, ਉਹ ਚੰਦ ਨੂੰ ਵੇਖਦੀ ਹੈ, ਚੰਦ ਨੂੰ ਵੇਖਣਾ ਹੀ ਉਹਦੇ ਵਾਸਤੇ ਉਹਦਾ ਜੀਵਨ ਹੈ। ਧਾਵਰੀ ਨਿਕਟ ਚੰਦ ਕੀ ਓਰੀ। ਇਸੇ ਤਰ੍ਹਾਂ ਫਿਰ ਬੀਬੀ ਕੌਲਾਂ ਜੀ ਦਾ ਗੁਰੂ ਜੀ ਨਾਲ ਪ੍ਰੇਮ ਹੈ ਜੀ। ਮਹਾਰਾਜ ਜੀ ਦੇ ਦਰਸ਼ਨਾਂ ਵਿੱਚ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਜਦੋਂ ਪਤਾ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਇਕਾਂਤ ਵਿੱਚ ਹਨ ਤੇ ਕੌਲਾਂ ਜੀ ਦੌੜ ਕੇ ਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਹੈ ਜੀ। ਹਾਂਜੀ, ਮਨਹੁ ਪ੍ਰੇਮ ਤੇ ਹਵੈ ਕਰ ਬੌਰੀ। ਹਾਂਜੀ, ਕਮਲ ਖਿਰੇ ਪਰ ਆਵਤ ਭੌਰੀ। ਤੇ ਸਾਧ ਸੰਗਤ ਜੀ ਬਹੁਤੇ ਪ੍ਰੇਮ ਵਿੱਚ ਨਾ ਜੀ ਦੌੜ ਕੇ ਹੀ ਫਿਰ ਉਸ ਪਾਸੇ ਆਏ ਜੀ। ਹਾਂਜੀ, ਪ੍ਰੇਮਾ ਤੁਰ ਚਿਤ ਸਤਿਗੁਰ ਦੇਖੀ। ਤੇ ਆ ਕੇ ਮਹਾਰਾਜ ਜੀ ਦੇ ਸਾਹਮਣੇ ਬੈਠ ਗਏ ਕੌਲਾਂ ਜੀ। ਗੁਰੂ ਜੀ ਦੇ ਸੋਹਣੇ ਸਰੂਪ ਨੂੰ ਵੇਖਿਆ ਤੇ ਕੌਲਾਂ ਜੀ ਬੈਰਾਗ ਕਰਨ ਲੱਗ ਪਏ ਜੀ। ਕਾਰਨ ਪੂਰਬ ਤਪ ਕੋ ਫਲ ਸ਼ੁਭ ਪਾਇਓ, ਅਤ ਪ੍ਰਮੋਦ ਚਿਤ ਕਹਿਓ ਨਾ ਜਾਇਓ। ਪਿਛਲੇ ਜਨਮਾਂ ਦਾ ਕੀਤਾ ਹੋਇਆ ਜਪ ਤਪ, ਮਹਾਨ ਜਪ ਤਪ ਜਿਹੜਾ ਹੈ ਨਾ ਜੀ, ਉਹਦੇ ਕਰਕੇ ਕੌਲਾਂ ਜੀ ਦੀ ਇਹ ਅਵਸਥਾ ਹੈ ਜੀ। ਮਹਾਰਾਜ ਜੀ ਦੇ ਸਾਹਮਣੇ ਬੈਠ ਗਏ ਜੀ। ਗੁਰੂ ਸਾਹਿਬ ਨੇ ਵੇਖਿਆ ਵੀ ਕੌਲਾਂ ਜੀ ਤੇ ਪ੍ਰੇਮ 'ਚ ਬਹੁਤੇ ਹੀ ਆਤੁਰ ਹੋਏ ਪਏ ਨੇ। ਹਾਂਜੀ, ਕਹੋ ਕੌਲਾਂ ਤਨ ਕੁਸ਼ਲ ਵਿਸ਼ੇਖੀ। ਤੇ ਸੱਚੇ ਪਾਤਸ਼ਾਹ ਜੀ ਪੁੱਛਦੇ ਆ, ਮਹਾਰਾਜ ਕਹਿੰਦੇ ਕੌਲਾਂ ਜੀ ਰਾਜੀ ਖੁਸ਼ੀ ਹੋ? ਕਹਿਣ ਲੱਗੇ ਸਰੀਰ ਤੁਹਾਡਾ ਠੀਕ ਠਾਕ ਹੈ? ਹਾਂਜੀ, ਸਰਬ ਰੀਤ ਤੇ ਸੁਖ ਸੋ ਰਹੀ। ਪਿੱਛੋਂ ਸੁੱਖ ਨਾਲ ਸਮਾਂ ਬਤੀਤ ਹੋ ਗਿਆ। ਹਾਂਜੀ, ਸੁਨ ਮ੍ਰਿਦ ਬਾਕ ਪੁੰਨ ਆਪ ਪੁੰਨ ਕਹੀ। ਤੇ ਗੁਰੂ ਸਾਹਿਬ ਜੀ ਦੇ ਅਮੋਲਕ ਬਚਨ ਸੁਣ ਕੇ
ਕੌਲਾਂ ਦੀ ਅੱਗੋਂ ਮਹਾਰਾਜ ਨੂੰ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ। ਕਿਰਪਾ ਆਪ ਕੀ ਮੋਹ ਪਰ ਜਬ ਕੀ। ਸੱਚੇ ਪਾਤਸ਼ਾਹ, ਤੁਸੀਂ ਜਦੋਂ ਦੀ ਮੇਰੇ ਤੇ ਕਿਰਪਾ ਕੀਤੀ ਹੈ ਨਾ, ਮੇਰੇ ਤੇ ਮਿਹਰ ਕੀਤੀ ਹੈ, ਪਦਵੀ ਕੁਸ਼ਲ ਲਹੀ ਮੈਂ ਤਬ ਕੀ। ਉਸ ਸਮੇਂ ਦੀ ਆਨੰਦ ਦੀ ਪਦਵੀ ਮੈਨੂੰ ਪ੍ਰਾਪਤ ਹੋ ਗਈ ਹੈ ਜੀ। ਮਹਾਰਾਜ, ਮੇਰੀ ਆਤਮਾ ਆਨੰਦ ਵਿੱਚ ਰਹਿੰਦੀ ਤੁਹਾਡੀ ਕਿਰਪਾ ਨਾਲ। ਇਹ ਵੀ ਬੜੀ ਵੱਡੀ ਗੱਲ ਹੈ ਜੀ। ਸੰਸਾਰੀ ਬੰਦੇ ਤੁਸੀਂ ਹਿਸਾਬ ਲਾਓ ਕਿਵੇਂ ਦੁਖੀ ਹੁੰਦੇ ਜੀ। ਸਵੇਰੇ ਵੀ ਦੁਖੀ ਤੇ ਰਾਤ ਨੂੰ ਵੀ ਦੁਖੀ ਤੇ ਦੁਪਹਿਰ ਨੂੰ ਵੀ ਦੁਖੀ, ਹਰ ਸਮੇਂ ਦੁਖੀ ਰਹਿੰਦੇ ਜੀ। ਤੇ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਮਿਹਰ ਹੋ ਜਾਂਦੀ ਨਾ ਜੀ, ਉਹਨਾਂ ਦੀ ਆਤਮਾ ਸੁਖੀ ਹੋ ਜਾਂਦੀ ਹੈ ਜੀ। ਇੱਕ ਗੁਰਸਿੱਖ ਨਾਮ ਜਪਣ ਵਾਲੇ, ਕਮਾਈ ਵਾਲੇ ਜੀ, ਕਾਨਪੁਰ ਦੇ ਸੀਗੇ ਬਾਬਾ ਬਹਾਦਰ ਸਿੰਘ ਜੀ। ਰਹਿੰਦੇ ਉਹ ਲੁਧਿਆਣੇ ਭਾਈ ਰਣਧੀਰ ਸਿੰਘ ਜੀ ਨਗਰ ਵਿੱਚ ਸਨ ਜੀ, ਆਪਣੀ ਬੇਟੀ ਦੇ ਘਰ ਜੀ। ਅਸੀਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਏ ਜੀ। ਤੇ ਬਾਬਾ ਬਹਾਦਰ ਸਿੰਘ ਜੀ ਨੇ ਅੱਗੋਂ ਬਚਨ ਕੀਤਾ, ਜਦੋਂ ਹਾਲ ਚਾਲ ਪੁੱਛਿਆ ਜੀ, ਕਹਿੰਦੇ ਮੇਰੀ ਆਤਮਾ ਇੰਨੇ ਜ਼ਿਆਦਾ ਸੁੱਖ ਵਿੱਚ ਹੈ, ਮੈਂ ਦੱਸ ਨਹੀਂ ਸਕਦਾ। ਕਹਿੰਦੇ ਪਰ ਸਰੀਰ ਕਸ਼ਟ 'ਚ ਹੈ। ਗੱਜ ਕੇ ਆਖੋ ਵਾਹਿਗੁਰੂ। ਸਰੀਰ ਦੁਖੀ ਹੈ ਪਰ ਮੇਰੀ ਆਤਮਾ ਸੁਖੀ ਹੈਗੀ ਹੈ ਜੀ। ਹੁਣ ਉਲਟ ਕੰਮ ਹੋ ਗਿਆ ਜੀ। ਆਪਾਂ ਸੰਸਾਰ 'ਚ ਨਿਗਾਹ ਮਾਰੀਏ, ਲੋਕਾਂ ਦੇ ਸਰੀਰ ਤੇ ਚੰਗੇ ਭਲੇ, ਪਰ ਆਤਮਾ ਬੜੀ ਦੁਖੀ ਹੈਗੀ ਹੈ ਜੀ। ਅੰਦਰੋਂ ਆਤਮਾ ਦੇ ਬੁਰੇ ਹਾਲ ਹੋਏ ਪਏ ਜੀ। ਕਿਉਂ? ਸਰੀਰ ਨੂੰ ਤਾਂ ਰੱਜ ਕੇ ਭੋਜਨ ਮਿਲਦਾ ਤੇ ਆਤਮਾ ਨੂੰ ਭੋਜਨ ਨਹੀਂ ਮਿਲਦਾ ਸਿਮਰਨ ਦਾ। ਕਹੋ ਪ੍ਰੇਮ ਨਾਲ ਵਾਹਿਗੁਰੂ। ਵਾਹਿਗੁਰੂ। ਸਿਮਰਨ ਦਾ ਭੋਜਨ ਨਹੀਂ ਮਿਲਦਾ ਜੀ। ਇਸ ਕਰਕੇ ਆਤਮਾ ਭੁੱਖੀ ਪਿਆਸੀ ਹੈ ਜੀ। ਉਹ ਕਹਿੰਦੇ ਆ, ਕੌਲਾਂ ਜੀ ਨੇ ਕਿਹਾ, ਮਹਾਰਾਜ ਤੁਹਾਡੀ ਕਿਰਪਾ ਜਦੋਂ ਦੀ ਮੇਰੇ ਤੇ ਹੋਈ, ਮੇਰਾ ਮਨ ਬੜਾ ਸੁਖੀ ਹੈ। ਹਾਂਜੀ। ਰਾਵਰ ਦਰਸ਼ਨ ਇੱਛਾ ਬਿਨਾ। ਬਸ ਮੇਰੇ ਮਨ 'ਚ ਤਾਂ ਇੱਕੋ ਹੀ ਇੱਛਾ, ਉਹ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਰਹਿਣ। ਹਾਂਜੀ। ਹਿਰਦੇ ਮਨੋਰਥ ਉਠਹਿ ਨਾ ਅਨਾ। ਹੋਰ ਕੋਈ ਮਨੋਰਥ ਮੇਰੇ ਹਿਰਦੇ 'ਚ ਉੱਠਦਾ ਹੀ ਨਹੀਂ ਹੈ। ਹੋਰ ਕੋਈ ਇੱਛਾ ਪੈਦਾ ਹੁੰਦੀ ਨਹੀਂ ਹੈ। ਬਸ ਇੱਕੋ ਹੀ ਇੱਛਾ ਹੁੰਦੀ ਹੈ, ਤੁਹਾਡੇ ਦਰਸ਼ਨ ਕਰਨੇ। ਹਾਂਜੀ। ਰਹੀ ਉਡੀਕਤ ਨਾਮ ਆਧਾਰਾ। ਸੱਚੇ ਪਾਤਸ਼ਾਹ, ਮੈਂ ਤੇ ਬਹੁਤ ਚਿਰ ਤੋਂ ਆਪ ਜੀ ਨੂੰ ਉਡੀਕ ਰਹੀ ਸਾਂ। ਤੁਹਾਡੇ ਨਾਮ ਦਾ ਤੇ ਮੈਨੂੰ ਆਸਰਾ। ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਰੁਚ ਸੋ ਅਚਿਓ ਨਾ ਕਬਹੂ ਆਹਾਰਾ। ਤੇ ਮਹਾਰਾਜ, ਜਿਸ ਦਿਨ ਦੇ ਆਪ ਜੀ ਗਏ ਹੋ, ਉਸ ਦਿਨ ਦਾ ਰੁਚੀ ਨਾਲ ਪ੍ਰਸ਼ਾਦਾ ਨਹੀਂ ਛਕਿਆ। ਕਿਉਂ? ਕੌਲਾਂ ਜੀ ਦਾ ਚਿੱਤ ਹਰ ਸਮੇਂ ਮਹਾਰਾਜ ਦੇ ਦਰਸ਼ਨ 'ਚ ਆਉਂਦਾ ਸੀਗਾ ਜੀ। ਹੇਰਤ ਆਨ ਅਚਾਨਕ ਮੋਹੀ। ਤਬ ਜਾਣਤ ਮੈਂ ਜਿਸ ਬਿਦ ਹੋਹੀ। ਗੱਜ ਕੇ ਆਖੋ। ਤੇ ਗਰੀਬ ਨਵਾਜ ਮਹਾਰਾਜ, ਜੇ ਤੁਸੀਂ ਅਚਾਨਕ ਆ ਕੇ ਮੈਨੂੰ ਵੇਖਦੇ ਨਾ ਪਿੱਛੋਂ, ਤੇ ਫਿਰ ਤੁਹਾਨੂੰ ਪਤਾ ਲੱਗਣਾ ਸੀ ਵੀ ਮੇਰੀ ਕੀ ਹਾਲਤ ਹੈਗੀ ਹੈ। ਹਾਂਜੀ। ਰਾਵਰ ਕੋ ਸੁਨ ਕਰ ਆਗਵਨੂ। ਤੇ ਜਦੋਂ ਮੈਂ ਤੁਹਾਡਾ ਆਉਣਾ ਸੁਣਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਆ ਗਏ ਆ, ਹਾਂਜੀ, ਤਤ ਛਿਨ ਤਨ ਹੋਇਓ ਮੁਦ ਭਵਨੂ। ਮਹਾਰਾਜ, ਮੇਰਾ ਤਨ ਮਨ ਹੀ ਖੁਸ਼ੀਆਂ ਨਾਲ ਭਰ ਗਿਆ ਜੀ। ਹਾਂਜੀ। ਦਰਸ਼ਨ ਦਰਸਿਓ ਅਬ ਦੁਖ ਦਵਨੂ। ਤੇ ਹੁਣ ਦੁੱਖਾਂ ਨੂੰ ਦੂਰ ਕਰਨ ਵਾਲੇ ਸੋਹਣੇ ਦਰਸ਼ਨ ਆਪ ਜੀ ਨੇ ਮੈਨੂੰ ਦਿੱਤੇ ਆ, ਮੈਨੂੰ ਬਖਸ਼ਿਸ਼ ਕੀਤੇ ਆ। ਗੁਰਮੁਖੋ, ਗੱਜ ਕੇ ਆਖੋ ਵਾਹਿਗੁਰੂ। ਬਾਣੀ 'ਚ ਇਹ ਗੱਪਾਂ ਨਹੀਂ ਲਿਖੀਆਂ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਐਵੇਂ ਨਹੀਂ ਲਿਖਿਆ ਜੀ। ਜਿਨ੍ਹਾਂ ਤੇ ਮਿਹਰ ਹੋ ਜਾਂਦੀ, ਉਹਨਾਂ ਦੇ ਜ਼ਿੰਦਗੀ ਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਜੀ। ਦਰਸ਼ਨ ਪਿਆਸੀ ਦਿਨ ਰਾਤ, ਚਿਤਵੋਂ ਅਨ ਦਿਨ ਨੀਤ। ਇਹ ਅਵਸਥਾ ਕੌਲਾਂ ਜੀ ਦੀ ਹੈਗੀ ਹੈ ਜੀ। ਸਦਾ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਦੀ ਪਿਆਸ ਅੰਦਰ ਰਹਿਣੀ। ਕਿਉਂ?
ਕਿਉਂਕਿ ਪੂਰਬਲੇ ਸਮੇਂ ਦਾ ਜਪ ਤਪ ਬਹੁਤ ਹੈਗਾ ਜੀ। ਗੁਰਮੁਖੋ ਬਿਨਾਂ ਭਗਤੀ ਤੋਂ ਸ਼ਰਧਾ ਨਹੀਂ ਤੇ ਵੱਜਦੀ, ਬਿਨਾਂ ਭਗਤੀ ਤੋਂ ਸ਼ਰਧਾ ਨਹੀਂ ਵੱਜਦੀ। ਤੁਸੀਂ ਵੇਖ ਲਓ ਗੁਰੂ ਜੀ ਦੀ ਮਿਹਰ ਤੋਂ ਬਗੈਰ ਸੁੱਕੇ ਜੀਵਨ ਨੇ ਜੀ। ਸੋ ਕੌਲਾਂ ਜੀ ਕਹਿੰਦੇ ਮਹਾਰਾਜ ਮੈਂ ਜਦੋਂ ਤੁਹਾਡਾ ਆਉਣਾ ਸੁਣਿਆ ਮੈਂ ਭੱਜ ਕੇ ਇਸ ਪਾਸੇ ਆਈ ਹਾਂ। ਸਦਾ ਹਿਰਦੇ ਮਹਿ ਬਾਸਹਿ ਜਵਨੂ। ਮਹਾਰਾਜ ਤੁਸੀਂ ਦੁੱਖ ਦੂਰ ਕਰਨ ਵਾਲੇ ਆਪਣੇ ਦਰਸ਼ਨ ਦਿੱਤੇ ਆ। ਮਹਾਰਾਜ ਕਿਰਪਾ ਕਰੋ, ਤੁਹਾਡੇ ਦਰਸ਼ਨ ਮੇਰੇ ਹਿਰਦੇ 'ਚ ਵਸਦੇ ਆ ਮਹਾਰਾਜ। ਹਾਂਜੀ, ਸੁਨ ਗੁਰ ਕਹਿਓ ਕਰਿਓ ਹਿਤ ਤੋਰਾ। ਇਹ ਸੁਣ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਹਾ ਜੀ, ਦਰਸ਼ਨ ਕਰਤ ਰਹੀ ਨਿਤ ਮੋਰਾ। ਆਖੋ ਵਾਹਿਗੁਰੂ ਵਾਹਿਗੁਰੂ। ਸੁਨ ਗੁਰ ਕਹਿਓ ਕਰਿਓ ਹਿਤ ਤੋਰਾ। ਮਹਾਰਾਜ ਕਹਿੰਦੇ ਕੌਲਾਂ ਜੀ ਅਸੀਂ ਤੇ ਤੁਹਾਨੂੰ ਬਚਨ ਕੀਤਾ ਸੀ ਵੀ ਰੋਜ਼ ਦਰਸ਼ਨ ਹੋਣਗੇ। ਉਹ ਤੁਸੀਂ ਸੁਣੀ ਨਾ ਸਾਖੀ ਜੀ, ਕਦੋਂ ਆਖਿਆ ਸੀਗਾ ਜੀ। ਹਾਂਜੀ, ਤਉ ਕਿਮ ਬ੍ਰਹ ਸੰਕਟ ਅਸ ਧਾਰਾ। ਮਹਾਰਾਜ ਕਹਿੰਦੇ ਤੁਹਾਨੂੰ ਤੇ ਰੋਜ਼ ਦਰਸ਼ਨ ਹੁੰਦੇ ਸੀਗੇ, ਫਿਰ ਕਿਵੇਂ ਵਿਛੋੜੇ ਦਾ ਦਰਦ ਆ ਗਿਆ ਤੁਹਾਨੂੰ। ਹਾਂਜੀ, ਪ੍ਰਥਮ ਦੇਖ ਜੇ ਕਰਤ ਆਹਾਰਾ। ਤੁਸੀਂ ਕਿਹਾ ਸੀ ਵੀ ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਛਕਣਾ ਨਹੀਂ ਕੁਝ, ਤੇ ਅਸੀਂ ਤੁਹਾਨੂੰ ਦਰਸ਼ਨ ਕਰਨ ਦੀ ਜੁਗਤੀ ਦੱਸੀ ਸੀਗੀ। ਹਾਂਜੀ, ਕਹਿਤ ਭਈ ਨਿਸ਼ਚੈ ਇਹ ਅਹਿਓ। ਤੇ ਅੱਗੋਂ ਕੌਲਾਂ ਜੀ ਕਹਿੰਦੇ ਮਹਾਰਾਜ ਸਤ ਬਚਨ, ਜੋ ਤੁਸਾਂ ਕਿਹਾ ਸੀ ਨਾ ਮੈਂ ਉਸ ਤਰ੍ਹਾਂ ਕੀਤਾ ਸੀਗਾ। ਹਾਂਜੀ, ਨਿਤ ਦਰਸ਼ਨ ਕੋ ਮੈਂ ਹਿਮ ਲਹਿਓ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਹਰ ਰੋਜ਼ ਮੈਂ ਤੁਹਾਡੇ ਦਰਸ਼ਨ ਕਰਦੀ ਹੁੰਦੀ ਸਾਂ। ਹਾਂਜੀ, ਕਰ ਇਸ਼ਨਾਨ ਜਬ ਸਿਮਰਨ ਕਰਿਓ। ਹਰ ਰੋਜ਼ ਇਸ਼ਨਾਨ ਕਰਕੇ ਜਦੋਂ ਮੈਂ ਸਿਮਰਨ ਦੇ ਵਿੱਚ ਜੁੜਨਾ ਸ਼ਿਨਕ ਮਾਤਰ ਨਿਤ ਦਰਸ ਨਿਹਰਿਓ। ਤੇ ਉਸ ਸਮੇਂ ਇੱਕ ਛਿਨ ਮਾਤਰ ਲਈ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਸੀਗੇ ਜੀ। ਸੰਗਤ ਜੀ ਆਪ ਜੀ ਨੇ ਕਥਾ ਸੁਣੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਨਾਨਕ ਮੱਤਾ ਸਾਹਿਬ ਨੂੰ ਚੱਲਣ ਲੱਗੇ ਤੇ ਬਾਅਦ ਚ ਭਾਈ ਕੀ ਡਰੌਲੀ ਜਾਣਾ ਸੀ, ਤੇ ਕੌਲਾਂ ਜੀ ਨੇ ਬੈਰਾਗੀ ਹੋ ਕੇ ਕਿਹਾ ਸੀ ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਜਿਉ ਨਹੀਂ ਸਕਦੀ ਜੀ। ਨਾਨਕ ਨਾਮ ਮਿਲੇ ਤਾਂ ਜੀਵਾਂ। ਕਈਆਂ ਦਾ ਜੀਵਨ ਇਹ ਬਣ ਜਾਂਦਾ ਜੀ। ਬੀਬੀ ਕੌਲਾਂ ਜੀ ਨੇ ਆਖਿਆ ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਨਹੀਂ ਰਹਿ ਸਕਦੀ। ਸਤਿਗੁਰੂ ਕਹਿਣ ਲੱਗੇ ਫਿਰ ਕਹਿਣ ਲੱਗੇ ਜੀ ਮੈਂ ਜਿੰਨਾ ਚਿਰ ਤੱਕ ਤੁਹਾਡੇ ਦਰਸ਼ਨ ਨਹੀਂ ਕਰ ਲੈਂਦੀ ਮੇਰਾ ਨੇਮ ਹੈ ਮੈਂ ਕੁਝ ਛਕਦੀ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੌਲਾਂ ਜੀ ਨੂੰ ਜੁਗਤੀ ਦੱਸੀ ਸੀਗੀ ਜੀ, ਜਿਹਦਾ ਜੀ ਕਰੇ ਉਹ ਜੁਗਤੀ ਅਪਣਾ ਕੇ ਵੇਖ ਲਿਓ। ਮਹਾਰਾਜ ਕਹਿੰਦੇ ਕੌਲਾਂ ਜੀ ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਪੂਰੇ ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਕਰਨਾ, ਤੇ ਜਦੋਂ ਜਪਜੀ ਸਾਹਿਬ ਦਾ ਪਾਠ ਕਰਕੇ ਸਿਰ ਨਵਾਇਆ ਕਰੋਗੇ ਤੇ ਸਿਰ ਤਾਂ ਚੁੱਕਿਆ ਕਰੋਗੇ, ਇੰਨੇ ਸਮੇਂ ਵਿੱਚ ਤੁਹਾਨੂੰ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਇਹ ਬਚਨ ਮਹਾਰਾਜ ਨੇ ਕੀਤਾ। ਤੇ ਹੁਣ ਜਦੋਂ ਮਹਾਰਾਜ ਆਏ ਕੌਲਾਂ ਜੀ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਦਰਸ਼ਨਾਂ ਤੋਂ ਬਗੈਰ ਕੁਝ ਨਹੀਂ ਚੰਗਾ ਲੱਗਦਾ। ਮਹਾਰਾਜ ਮੈਂ ਖਾਂਦੀ ਪੀਂਦੀ ਨਹੀਂ ਸੀ ਕੁਝ। ਮਹਾਰਾਜ ਕਹਿਣ ਲੱਗੇ ਕੌਲਾਂ ਜੀ ਅਸੀਂ ਤੇ ਤੁਹਾਨੂੰ ਕਿਹਾ ਸੀ। ਕੌਲਾਂ ਜੀ ਕਹਿੰਦੇ ਮਹਾਰਾਜ ਹਾਂ ਬਚਨ ਤੁਹਾਡਾ ਸੱਤ ਹੈ। ਹਰ ਰੋਜ਼ ਸਵੇਰੇ ਸਿਮਰਨ ਤੋਂ ਬਾਅਦ ਜਦੋਂ ਮੈਂ ਸਿਰ ਝੁਕਾਉਂਦੀ ਸਾਂ ਮਹਾਰਾਜ ਇੱਕ ਛਿਨ ਲਈ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਸੀਗੇ ਜੀ, ਇੱਕ ਛਿਨ ਲਈ ਜੀ। ਹਾਂਜੀ, ਜਿਸ ਬਿਦ ਹੋਤੇ ਤੁਮ ਤਿਸ ਕਾਲ। ਤੇ ਮਹਾਰਾਜ ਉਸ ਸਮੇਂ ਤੁਸੀਂ ਜਿਸ ਅਵਸਥਾ 'ਚ ਹੁੰਦੇ ਸੀ, ਭਾਵੇਂ ਘੋੜੇ ਤੇ ਬੈਠੇ ਹੁੰਦੇ ਸੀ, ਭਾਵੇਂ ਕੁਝ ਛਕ ਰਹੇ ਹੁੰਦੇ ਸੀਗੇ। ਹਾਂਜੀ, ਬੈਠੇ ਕੈ ਹੈ ਚੜੇ ਵਿਸਾਲ। ਜਾਂ ਸੰਗਤ 'ਚ ਬੈਠੇ ਹੋਣਾ ਜਾਂ ਘੋੜੇ ਤੇ ਚੜੇ ਹੋਣਾ। ਹਾਂਜੀ, ਜਸ ਕੋਸ਼ਿਸ਼ ਜਸ ਹੋਤ ਸੁਭਾਉ। ਤੇ ਜਿਹੋ ਜਿਹਾ ਤੁਸੀਂ ਪੋਸ਼ਾਕਾ ਪਾਇਆ ਹੁੰਦਾ ਸੀ ਤੇ ਜਿਹੋ ਜਿਹੇ ਸੁਭਾਅ 'ਚ ਬੈਠੇ ਹੁੰਦੇ ਸੀ ਸਿਮਰਨ 'ਚ ਜਾਂ ਬਚਨ ਬਿਲਾਸ ਦੇ ਮਹਾਰਾਜ ਵੀਰ ਰਸ ਦੇ ਜਿਹੋ ਜਿਹੇ ਸੁਭਾਅ ਵਿੱਚ ਤੁਸੀਂ ਹੁੰਦੇ ਸੀ। ਹਾਂਜੀ, ਤਿਸੀ ਪ੍ਰਕਾਰ ਦਰਸ ਕੋ ਪਾਉ। ਹਰ ਰੋਜ਼ ਉਸੇ ਤਰ੍ਹਾਂ ਦੇ ਹੀ ਮੈਨੂੰ ਦਰਸ਼ਨ ਹੁੰਦੇ ਸੀਗੇ ਜੀ।
ਗੱਜ ਕੇ ਆਖੋ ਵਾਹਿਗੁਰੂ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ, ਜਿਹਨੂੰ ਅਸੀਂ ਲਾਈਵ ਕਹਿੰਦੇ ਇਹ ਪੂਰਾ ਲਾਈਵ ਨਹੀਂ ਚ ਹੈਗਾ, ਪਰ ਰੱਬ ਦੇ ਪਿਆਰੇ ਜਿਹੜੇ ਬਖਸ਼ੇ ਹੋਏ ਆ, ਜਿਨ੍ਹਾਂ ਨੂੰ ਗੁਰੂ ਜੀ ਨੇ ਬਚਨ ਕੀਤੇ, ਉਹ ਹਰ ਸਮੇਂ ਪੂਰਾ ਲਾਈਵ ਦਰਸ਼ਨ ਕਰ ਸਕਦੇ ਜੀ। ਕੋਲਾਂ ਜੀ ਕਹਿੰਦੇ ਮੈਂ ਰੋਜ਼ ਸਿਰ ਝੁਕਾ ਕੇ ਜਦੋਂ ਮਹਾਰਾਜ ਸਿਮਰਨ ਦੇ ਵਿੱਚ ਬੈਠਣਾ, ਝਲਕ ਮਾਤਰ ਲਈ ਤੁਹਾਡੇ ਦਰਸ਼ਨ ਹੁੰਦੇ ਸੀਗੇ। ਉਹ ਦਰਸ਼ਨ ਹੁੰਦੇ ਸੀ ਜੋ ਤੁਸੀਂ ਉਸ ਸਮੇਂ ਕਰ ਰਹੇ ਹੁੰਦੇ ਸੀਗੇ ਜੀ। ਹਾਂਜੀ ਹੁਣ ਵੇਖ ਲਓ, ਉਦੋਂ ਤਾਂ ਵੀਡੀਓ ਹੈ ਹੀ ਨਹੀਂ ਸੀ, ਕੈਮਰੇ ਹੈ ਹੀ ਨਹੀਂ ਸੀਗੇ, ਪਰ ਇਹਨੂੰ ਕਹਿੰਦੇ ਅੰਦਰਲਾ ਕੈਮਰਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਸਿਮਰਨ ਨਾਲ ਹੀ ਚੱਲਦਾ ਜੀ, ਇਹ ਸਿਮਰਨ ਨਾਲ ਚੱਲਦਾ ਜੀ। ਹਾਂਜੀ ਕਹਿਨ ਪਰਸਪਰ ਹੋਏ ਨਾ ਕੋਈ। ਪਰ ਮਹਾਰਾਜ ਇੱਕ ਗੱਲ ਹੈ ਨਾ, ਦਰਸ਼ਨ ਤੇ ਹੋ ਜਾਂਦੇ ਸੀ ਤੁਹਾਡੇ, ਪਰ ਮਹਾਰਾਜ ਬਚਨ ਨਹੀਂ ਸੀ ਹੁੰਦਾ ਕੋਈ। ਮੈਨੂੰ ਤੇ ਵੀ ਸੀ ਵੀ ਬਚਨ ਵੀ ਹੋਣਾ। ਹਾਂਜੀ ਜੀਅਤ ਰਹੀ ਪਿਖ ਦਰਸ਼ਨ ਸੋਈ। ਫਿਰ ਵੀ ਉਹ ਇੱਕ ਝਲਕ ਹੀ ਤੁਹਾਡੇ ਦਰਸ਼ਨ ਕਰਕੇ ਮੈਂ ਜਿਉਂਦੀ ਰਹੀ ਹਾਂ, ਪਰ ਮੇਰੇ ਵਾਸਤੇ ਇੱਕ ਝਲਕ ਦੇ ਦਰਸ਼ਨ ਥੋੜੇ ਨੇ ਮਹਾਰਾਜ। ਮੈਂ ਤਾਂ ਰੱਜ ਕੇ ਤੁਹਾਡੇ ਦਰਸ਼ਨ ਕਰਨੇ ਹੁੰਦੇ ਆ। ਹਾਂਜੀ ਇਤਿਆਦਿਕ ਕਹਿ ਸੁਣ ਕਰ ਬੈਨ। ਇਸ ਤਰੀਕੇ ਨਾਲ ਬਚਨ ਬਿਲਾਸ ਹੋਏ ਜੀ। ਹਾਂਜੀ ਔਰ ਆਨੰਦ ਪੁਨ ਗਮਨੀ ਐਨ। ਮਨ 'ਚ ਬੜਾ ਆਨੰਦ ਹੈ, ਆਪਣੇ ਘਰ ਨੂੰ ਚਲੇ ਗਏ ਜੀ। ਤੇ ਕੌਲਾਂ ਜੀ ਦੇ ਜੀਵਨ ਤੋਂ ਸਿੱਖਿਆ ਲੈ ਲਿਓ। ਗੱਜ ਕੇ ਆਖੋ ਵਾਹਿਗੁਰੂ। ਹਰ ਰੋਜ਼ ਛੇਵੇਂ ਪਾਤਸ਼ਾਹ ਦੇ ਉਹ ਦਰਸ਼ਨ ਕਰਦੇ ਹੁੰਦੇ ਸੀਗੇ ਜੀ। ਗੁਰੂ ਸਾਹਿਬ ਦਾ ਨਹੀਂ ਪਤਾ ਗੁਰੂ ਸਾਹਿਬ ਨੇ ਕਿਹਦੇ ਤੇ ਮਿਹਰ ਕਰਨੀ ਹੈ ਜੀ। ਹਾਂਜੀ ਪੱਥਰ ਸਾਹਿਬ ਲੇਹ ਲਦਾਖ 'ਚ ਮਹਾਰਾਜ ਦਾ ਸਥਾਨ ਹੈ ਜੀ, ਤੇ ਉੱਥੇ ਗੁਰਮੁਖ ਕਮਾਈ ਕਰਦੇ ਸੀਗੇ, ਰਹਿ ਕੇ ਫੌਜ 'ਚ ਨੌਕਰੀ ਕਰਦੇ ਸੀ। ਉੱਥੇ ਉੜੀਆ ਵੀ ਸੀ ਇੱਕ ਜੀ, ਉੜੀਸਾ ਦਾ। ਉਹਨੇ ਸੰਗਤ 'ਚ ਆਉਣਾ ਜੀ, ਮਹਾਰਾਜ ਦੀ ਬਖਸ਼ਿਸ਼ ਸੁਣਿਓ। ਇੱਕ ਦਿਨ ਉਹ ਸੰਗਤ 'ਚ ਆਇਆ ਜੀ, ਉੜੀਸੇ ਦਾ। ਸਵੇਰੇ ਬੈਠਾ ਜੀ, ਸਮਾਗਮ ਸੰਪੂਰਨ ਹੋ ਗਿਆ, ਸ਼ਾਮ ਦਾ ਸਮਾਗਮ ਵੀ ਸੰਪੂਰਨ ਹੋ ਗਿਆ। ਉਹਦੀ ਚੌਂਕੜੀ ਨਹੀਂ ਖੁੱਲੀ, ਅੱਖਾਂ ਬੰਦ ਜੀ। ਅਗਲੇ ਦਿਨ 4 ਵਜੇ ਸ਼ਾਮ ਨੂੰ ਚੌਂਕੜੀ ਖੋਲੀ ਜੀ ਉਹਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਸਮਾਧੀ ਲੱਗੀ ਰਹੀ ਜੀ। ਤੇ ਗੁਰਸਿੱਖਾਂ ਉਹਨੂੰ ਪੁੱਛਿਆ ਵੀ ਤੇਰੇ ਤੇ ਇੰਨੀ ਕਿਰਪਾ ਕਿਵੇਂ ਹੋ ਗਈ? ਉਹ ਕਹਿੰਦਾ ਮੈਂ ਇੱਥੇ ਸੰਗਤ 'ਚ ਆਇਆ ਸਾਂ, ਗਰੀਬ ਆ, 3 ਮੇਰੀਆਂ ਭੈਣਾਂ ਸੀ ਵਿਆਹੁਣ ਵਾਲੀਆਂ। ਬੜੀ ਪੁਰਾਣੀ ਗੱਲ ਹੈ ਕਹਿੰਦਾ, 3 ਮੇਰੀਆਂ ਭੈਣਾਂ ਵਿਆਹੁਣ ਵਾਲੀਆਂ, ਤੇ ਮੈਂ ਇੱਥੇ ਆ ਕੇ ਸੰਗਤ 'ਚ ਬੈਠਾ ਕੀਰਤਨ ਸੁਣਨ ਲੱਗਾ, ਅੱਖ ਬੰਦ ਹੋਈ। ਕਹਿੰਦਾ ਜਿਨ੍ਹਾਂ ਦੀ ਫੋਟੋ ਲੱਗੀ ਨਾ ਗੁਰੂ ਨਾਨਕ ਸਾਹਿਬ ਜੀ ਬਾਰੇ, ਇਹ ਆਏ। ਕਹਿੰਦਾ ਗੁਰੂ ਨਾਨਕ ਦੇਵ ਜੀ ਆਏ ਤੇ ਮੇਰੇ ਸਿਰ ਤੇ ਹੱਥ ਰੱਖ ਕੇ, ਮੈਨੂੰ ਨਹੀਂ ਪਤਾ ਲੱਗਾ, ਬੰਦ ਅੱਖਾਂ 'ਚ ਮੈਨੂੰ ਦ੍ਰਿਸ਼ ਆ ਰਿਹਾ, ਮੈਨੂੰ ਲੈ ਗਏ ਕਿਤੇ। ਇੱਕ ਇਹੋ ਜਿਹੇ ਕਮਰੇ ਵਿੱਚ ਮਹਾਰਾਜ ਮੈਨੂੰ ਲੈ ਗਏ ਜਿੱਥੇ ਹੀਰੇ ਮੋਤੀ ਸੋਨਿਆਂ ਦੇ ਢੇਰ ਹੀ ਲੱਗੇ ਪਏ ਸੀ। ਕਹਿੰਦੇ ਮੈਨੂੰ ਮਹਾਰਾਜ ਕਹਿੰਦੇ ਜੋ ਲੈਣਾ ਲੈ ਲਾ। ਕਹਿੰਦਾ ਮੇਰੀ ਕਿਸਮਤ ਚੰਗੀ, ਇੰਨਾ ਹੀਰੇ ਜਾਇਦਾਦ ਵੇਖ ਕੇ ਮੈਨੂੰ ਚੇਤਾ ਹੀ ਭੁੱਲ ਗਿਆ। ਮੈਂ ਕਿਹਾ ਮੈਂ ਨਹੀਂ ਕੁਝ ਲੈਣਾ, ਤੁਸੀਂ ਮੇਰਾ ਮਨ ਸੁਖੀ ਕਰ ਦਿਓ। ਕਹਿੰਦੇ ਉਸ ਤੋਂ ਬਾਅਦ ਇੱਕ ਕਮਰੇ ਹੋਰ 'ਚ ਲੈ ਗਏ ਮਹਾਰਾਜ ਮੈਨੂੰ। ਜੋ ਮੈਂ ਉਸ ਕਮਰੇ ਦੇ ਵਿੱਚ ਵੇਖਿਆ, ਕਹਿੰਦਾ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ ਮੈਨੂੰ ਕੀ ਵਿਖਾਇਆ ਮਹਾਰਾਜ ਨੇ। ਜਿਉਂਦਾ ਜਾਗਦਾ ਜੀ ਮੈਨੂੰ ਮਹਾਰਾਜ ਨੇ ਕੀ ਵਿਖਾਇਆ। ਪਰ ਕੁਝ ਸਮੇਂ ਬਾਅਦ ਮੇਰੀਆਂ ਅੱਖਾਂ ਖੁੱਲ ਗਈਆਂ। ਉਸ ਦਿਨ ਤੋਂ ਬਾਅਦ ਹੁਣ ਜਦੋਂ ਵੀ ਮੈਂ ਕੀਰਤਨ 'ਚ ਬੈਠਦਾ ਤੇ ਮੈਨੂੰ ਨਹੀਂ ਪਤਾ ਲੱਗਦਾ, ਕਈ ਵਾਰੀ 3 ਦਿਨ ਲਗਾਤਾਰ ਚੌਂਕੜੀ ਵੱਜੀ ਰਹਿੰਦੀ ਹੈ। ਕਿਰਪਾ ਹੋ ਗਈ ਨਾ ਜੀ, ਮਿਹਰ ਹੋ ਗਈ ਜੀ। ਤੇ ਪੁੱਛਿਆ ਉਹਦੇ ਕੋਲੋਂ ਵੀ ਫਿਰ ਭੈਣਾਂ ਦਾ ਵਿਆਹ, ਕਹਿੰਦਾ ਉਹ ਵੀ ਸੁਣ ਲਓ। ਇੱਕ ਬੰਦੇ ਨੇ ਧੱਕੇ ਨਾਲ ਹੀ ਮੈਨੂੰ ਲਾਟਰੀ ਪਵਾਈ ਸੀਗੀ ਵੀ ਪਾ ਲਾ, ਧੱਕੇ ਨਾਲ। ਕਹਿੰਦਾ ਮੈਂ ਇਹ ਕੰਮ ਕੀਤਾ ਨਹੀਂ ਸੀ, ਪਰ ਪਤਾ ਨਹੀਂ ਕੀ ਗੱਲ, ਗੁਰੂ ਨਾਨਕ ਦੇਵ ਜੀ ਦੀ ਮੇਰੇ ਤੇ ਮਿਹਰ ਹੋਈ, ਉਹ ਲਾਟਰੀ ਮੇਰੀ ਨਿਕਲ ਗਈ। ਕਹਿੰਦਾ
ਵਿਆਹ ਵੀ ਹੋ ਗਿਆ। ਜੇ ਮੈਨੂੰ ਹੀਰੇ ਮੋਤੀ ਜਦੋਂ ਮਹਾਰਾਜ ਵਿਖਾ ਰਹੇ, ਮੈਂ ਹੀਰੇ ਮੋਤੀ ਲੈ ਲੈਂਦਾ ਤੇ ਭਾਵੇਂ ਮੇਰੇ ਤੇ ਇਹ ਬਖਸ਼ਿਸ਼ ਨਾ ਹੁੰਦੀ, ਮੈਂ ਹੀਰੇ ਮੋਤੀ ਨਹੀਂ ਲਏ। ਗੁਰੂ ਨਾਨਕ ਦੇਵ ਜੀ ਨੇ ਮੇਰੀ ਅਵਸਥਾ ਟਿਕਾ ਦਿੱਤੀ ਹੈ। ਇਸ ਕਰਕੇ ਪਿਆਰਿਓ, ਹੁਣ ਉਹਦੇ ਕੋਈ ਪੁੰਨ ਹੋਣਗੇ, ਕੋਈ ਭਗਤੀ ਹੋਏਗੀ ਜੀ। ਆਮ ਕਦੋਂ ਦੇ ਅਸੀਂ ਲੱਗੇ ਆ, ਪਰ ਕੋਈ ਸਮਾਧੀ ਵਾਲੀ ਗੱਲ ਨਹੀਂ ਬਣਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਪਰ ਜਿਹਦੇ ਤੇ ਮਿਹਰ ਕਿਰਪਾ ਹੋ ਜਾਏ ਜੀ, ਹਾਂਜੀ, ਉਹ ਹੁਣ ਉੜੀਸਾ ਦਾ ਬੰਦਾ ਤੇ ਆਪਾਂ ਪੰਜਾਬੀ ਕਹਿ ਦਿੰਦੇ ਤੇ ਭਈਆ ਹੈਗਾ ਜੀ, ਅਸੀਂ ਕਹਿ ਦਿੰਦੇ ਜੀ। ਤੇ ਜਿਹਦੇ ਤੇ ਕਿਰਪਾ ਹੋਣੀ ਉਹਦੇ ਤੇ ਹੋ ਹੀ ਜਾਣੀ ਜੀ। ਹੁਣ ਕੌਲਾਂ ਜੀ ਤੇ ਬੜੀ ਮਿਹਰ ਕੀਤੀ ਸੱਚੇ ਪਾਤਸ਼ਾਹ ਜੀ ਨੇ ਜੀ। ਰੋਜ਼ ਹੀ ਮਹਾਰਾਜ ਦੇ ਦਰਸ਼ਨ, ਰੋਜ਼ ਹੀ ਮਹਾਰਾਜ ਦੇ ਦਰਸ਼ਨ ਜੀ। ਫਿਰ ਕੌਲਾਂ ਜੀ ਆਪਣੇ ਘਰ ਚਲੇ ਗਏ ਜੀ। ਹਾਂਜੀ, ਜਾਮ ਜਾਮਨੀ ਜਾਗੇ ਨਾਥ। ਸਤਿਗੁਰੂ ਜੀ ਆਰਾਮ ਕੀਤਾ ਜੀ। ਇੱਕ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਸੌਚ ਇਸ਼ਨਾਨ ਕੀਨ ਜਲ ਸਾਥ। ਮਹਾਰਾਜ ਜੀ ਨੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਜੀ। ਗੁਰੂ ਕੇ ਮਹਿਲ ਚ ਖੂਹ ਹੈਗਾ ਜੀ ਅੱਜ ਵੀ ਉਹ। ਨਿਜ ਸਰੂਪ ਮੈਂ ਸਥਿਤ ਭਏ। ਫਿਰ ਮਹਾਰਾਜ ਨਿਜ ਸਰੂਪ ਚ ਟਿਕ ਗਏ ਜੀ, ਆਪਣੇ ਆਪੇ ਨਾਲ ਟਿਕ ਗਏ ਜੀ। ਧਿਆਨ ਪ੍ਰਾਇਨ ਬੈਠਤ ਭਏ। ਧਿਆਨ ਲਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ। ਦਿਨਕਰ ਉਦੈ ਪ੍ਰਕਾਸ਼ਿਓ ਸਾਰੇ। ਸੂਰਜ ਚੜ ਗਿਆ ਜੀ, ਸਾਰੇ ਪਾਸੇ ਸੂਰਜ ਦੀ ਲੋ ਹੋ ਗਈ ਜੀ। ਕਮਲ ਬਿਲੋਚਨ ਤਬੈ ਉਘਾਰੇ। ਤੇ ਗਰੀਬ ਨਵਾਜ ਜੀ ਨੇ ਸਹਿਜੇ ਜੇ ਅੱਖਾਂ ਖੋਲੀਆਂ ਆਪਣੀਆਂ। ਗੱਜ ਕੇ ਆਖੋ ਵਾਹਿਗੁਰੂ। ਇਹਨੂੰ ਕਹਿੰਦੇ ਸਾਧਨਾ ਕਰਨੀ ਜੀ। ਮਹਾਰਾਜ ਮਾਲਕ ਨੇ ਫਿਰ ਵੀ ਸਾਧਨਾ ਕਰਦੇ ਜੀ। ਹਾਂਜੀ, ਚੌਂਕੀ ਗਾਏ ਬਿਲਾਵਲ ਕੇਰੀ। ਉਹਨਾਂ ਚਿਰ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋ ਗਿਆ ਸੀ ਤੇ ਬਿਲਾਵਲ ਕੀ ਚੌਂਕੀ ਆਰੰਭ ਹੋ ਚੁੱਕੀ ਸੀਗੀ ਜੀ। ਆਏ ਆਏ ਨਰਗਨ ਗੁਰਹੇਰੀ। ਬਹੁਤ ਸਾਰੇ ਲੋਕ ਦੂਰੋਂ ਦੂਰੋਂ ਆ ਕੇ ਸਤਿਗੁਰੂ ਜੀ ਦੇ ਬਹੁਤ ਸੋਹਣੇ ਦਰਸ਼ਨ ਕਰ ਰਹੇ ਹਨ। ਵੱਡੋ ਦੀਵਾਨ ਲੱਗਿਓ ਗੁਰ ਤੀਰ। ਸੱਚੇ ਪਾਤਸ਼ਾਹ ਜੀ ਦੇ ਲਾਗੇ ਬਹੁਤ ਵੱਡਾ ਦੀਵਾਨ ਲੱਗ ਗਿਆ। ਆਵਤ ਜਾਤ ਨਰਨ ਕੀ ਭੀਰ। ਆਉਂਦਿਆਂ ਜਾਂਦਿਆਂ ਸੰਗਤਾਂ ਦੀਆਂ ਬੜੀਆਂ ਭੀੜਾਂ ਲੱਗੀਆਂ ਪਈਆਂ ਜੀ। ਸਗਰੇ ਪੁਰ ਮਹਿ ਰੌਣਕ ਹੋਈ। ਸਾਰੇ ਅੰਮ੍ਰਿਤਸਰ 'ਚ ਹੀ ਰੌਣਕ ਹੈਗੀ ਆ। ਸਾਰੇ ਕਹਿੰਦੇ ਭਾਈ ਚਲੋ ਅੱਜ ਦੀਵਾਨ ਲੱਗਣਾ, ਮਹਾਰਾਜ ਵਾਪਸ ਆ ਗਏ ਆ। ਕਾਰਜ ਭਨਹਿ ਸੁਨੈ ਸਭ ਕੋਈ। ਹਰ ਕੋਈ ਆਪਣਾ ਕਾਰਜ ਅਰਦਾਸ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਰ ਰਿਹਾ। ਸੁਪ ਢਨ ਕੋ ਵਸਤੂ ਜੋ ਚਾਹੀ। ਜੋ ਸੂਰਮਿਆਂ ਨੂੰ ਵਸਤੂਆਂ ਚਾਹੀਦੀਆਂ ਸੀਗੀਆਂ ਜੀ। ਹਾਂਜੀ, ਜਾਚਤ ਪਾਵਤ ਸਤਿਗੁਰ ਪਾਹੀ। ਉਹਨਾਂ ਮਹਾਰਾਜ ਕੋ ਮੰਗ ਲੈਣਾ, ਮਹਾਰਾਜ ਇੰਨਾ ਦਾਣਾ ਚਾਹੀਦਾ, ਘੋੜੇ ਆ ਮਹਾਰਾਜ, ਘਾਹ ਪੱਠਾ ਬੜਾ ਕੁਝ ਚਾਹੀਦਾ ਮਹਾਰਾਜ, ਕਾਠੀਆਂ ਚਾਹੀਦੀਆਂ। ਮਹਾਰਾਜ ਨੇ ਉਹ ਸਾਰਾ ਕੁਝ ਦਵਾਉਣਾ ਜੀ ਉਹਨਾਂ ਨੂੰ। ਹਾਂਜੀ, ਜਾਮ ਦਿਵਸ ਲੋਗ ਬੈਠਨ ਕਰੈ। ਪੈਰ ਦਿਨ ਰਹਿੰਦੇ ਤੱਕ ਸੱਚੇ ਪਾਤਸ਼ਾਹ ਫਿਰ ਬੈਠੇ ਰਹਿੰਦੇ ਸੀ ਸੰਗਤ ਵਿੱਚ ਜੀ। ਸਾਰੀ ਸੰਗਤ ਨੂੰ ਸਾਰਾ ਦਿਨ ਹੀ ਮਹਾਰਾਜ ਦਰਸ਼ਨ ਦਿੰਦੇ ਸੀਗੇ ਜੀ। ਨਿਜ ਦਾਸਨ ਕੀ ਬਾਛਾ ਪੁਰੈ। ਆਪਣੇ ਸੇਵਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਸਤੇ ਇੱਕ ਰਸ ਬੈਠ ਕੇ ਮਹਾਰਾਜ ਉਹਨਾਂ ਦੀਆਂ ਅਰਦਾਸਾਂ ਸੁਣਦੇ, ਉਹਨਾਂ ਦਾ ਭਲਾ ਕਰਦੇ ਜੀ। ਬਾਹਰ ਉੱਠਹਿ ਅਚਵਨ ਆਹਾਰਾ। ਫਿਰ ਮਹਾਰਾਜ ਪ੍ਰਸ਼ਾਦਾ ਛਕਣ ਦੀ ਉੱਠਦੇ ਸੀਗੇ ਜੀ। ਅਨੇਕ ਪ੍ਰਕਾਰਨ ਤਿਆਰ ਸੁਧਾਰਾ। ਪ੍ਰਸ਼ਾਦਾ ਵੀ ਤਿਆਰ ਕਰਨ ਵਾਲਿਆਂ ਨੇ ਕਮਾਲ ਹੀ ਕੀਤੀ ਹੁੰਦੀ ਸੀਗੀ ਜੀ। ਬੜੇ ਤਰੀਕਿਆਂ ਦਾ ਬੜਾ ਸੋਹਣਾ ਪ੍ਰਸ਼ਾਦਾ ਤਿਆਰ ਕਰਨਾ ਜੀ ਉਹਨਾਂ ਨੇ ਜੀ। ਹੁਣ ਵੇਖੋ ਨਾ ਜੀ, ਬੀਬੀਆਂ ਸਬਜ਼ੀ ਬਣਾਉਣ ਤੇ ਸਬਜ਼ੀ ਦਾ ਰੰਗ ਸੋਹਣਾ ਹੋਵੇ ਤੇ ਛਕਣ ਨੂੰ ਵੀ ਜੀ ਕਰੇ ਜੀ। ਹਾਂਜੀ, ਤੇ ਸਬਜ਼ੀ ਵੇਖ ਕੇ ਕਈ ਫਿਰ ਇਹੋ ਜਿਹੀਆਂ ਬਣਾਉਂਦੀਆਂ ਵੀ ਖਾਣ ਨੂੰ ਨਹੀਂ ਜੀ ਕਰਦਾ ਕੁਝ ਵੀ ਜੀ। ਗੱਜ ਕੇ ਆਖੋ। ਉਹੀ ਇੱਕ ਘਰ ਚਲੇ ਗਏ ਜੀ। ਹਾਂਜੀ, ਤੇ ਉਹ ਬੀਬੀ ਨੇ ਪ੍ਰਸ਼ਾਦਾ ਪਾਣੀ ਛਕਾਇਆ। ਹੁਣ ਅਸੀਂ ਤੇ ਕੁਝ ਕਹਿਣ ਜੋਗੇ ਨਹੀਂ। ਤੇ ਲਾਇਆ ਜਦੋਂ ਮੁੱਖ ਨੂੰ ਤੇ ਮਿਰਚਾਂ ਬਹੁਤ ਜੀ। ਤੇ ਮੈਂ ਭਾਈ ਨੂੰ ਪੁੱਛਿਆ ਵੀ ਇਹ ਕੀ ਹੈ? ਕਹਿੰਦਾ ਬਾਬਾ ਜੀ ਚੁੱਪ ਕਰਕੇ ਛਕ ਜਾਓ, ਮੈਂ ਕਈ ਸਾਲਾਂ ਤੋਂ ਗੁਜ਼ਾਰਾ ਕਰਨੇ ਆ। ਕਹਿੰਦਾ ਮੈਂ ਕਈ ਸਾਲਾਂ ਤੋਂ ਗੁਜ਼ਾਰਾ ਕਰਨੇ ਆ, ਚੁੱਪ ਹੀ ਕਰਕੇ ਛਕ ਜਾਓ ਤੁਸੀਂ। ਕਹਿੰਦਾ ਇਹ ਛਕਣਾ ਹੀ ਪੈਣਾ ਹੁਣ। ਹਾਂਜੀ, ਮਰਿਆਦਾ ਦਾ ਬੜੇ ਨੇਮ ਨੇ। ਮੈਂ ਕਿਹਾ ਕਦੀ ਕੁਝ ਕਿਹਾ ਨਹੀਂ? ਕਹਿੰਦਾ ਮੈਂ ਗੱਡੀ 'ਚ ਬੈਠਾ ਹਾਂ ਇੱਕ ਦਿਨ
ਤੇ ਸਮਝਾਇਆ ਸੀ ਥੋੜੇ ਗੁੱਸੇ ਨਾਲ, ਤੇ ਇਹ ਗੱਡੀ ਦੀ ਬਾਰੀ ਖੋਲ ਕੇ ਕਹਿਣ ਲੱਗੀ ਮੈਂ ਮਾਰ ਦੇਣੀ ਵਿਛਾਲ, ਬੋਲ ਜੋ ਬੋਲਣਾ ਹੀ। ਚੱਲਦੀ ਗੱਡੀ 'ਚ ਛਾਲ ਮਾਰੂੰਗੀ, ਚੱਲਦੀ ਗੱਡੀ ਤੋਂ। ਕਹਿੰਦਾ ਮੈਂ ਸ਼ਾਂਤ ਹੀ ਰਹਿਣਾ। ਗੱਜ ਕੇ ਆਖੋ ਇਸ ਤਰ੍ਹਾਂ ਨਹੀਂ ਕਰਨਾ ਜੀ, ਸੁੱਖ ਸ਼ਾਂਤੀ ਰੱਖਣੀ ਘਰ 'ਚ ਦੀ। ਹਾਂਜੀ, ਉਹ ਪ੍ਰਸ਼ਾਦਾ ਛਕਾਉਣ ਵਾਲਿਆਂ ਨੇ ਬੜਾ ਹੀ ਵਧੀਆ ਪ੍ਰਸ਼ਾਦਾ ਤਿਆਰ ਕੀਤਾ ਸੀਗਾ ਜੀ। ਹਾਂਜੀ, ਗਨ ਸਿੱਖਨ ਮਹਿ ਭੋਜਨ ਕਰੇ। ਤੇ ਮਹਾਰਾਜ ਫਿਰ ਸਿੱਖਾਂ ਵਿੱਚ ਬੈਠ ਕੇ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਦੇ ਆ। ਨਾਨਾ ਭਾਂਤ ਸੋ ਬਾਸਨ ਧਰੇ। ਕਈ ਪ੍ਰਕਾਰ ਦੇ ਬਰਤਨਾਂ ਵਿੱਚ ਮਹਾਰਾਜ ਜੀ ਨੂੰ ਕਈ ਤਰ੍ਹਾਂ ਦਾ ਭੋਜਨ ਛਕਾਇਆ ਜਾਂਦਾ ਜੀ। ਇਹੋ ਹੀ ਤੇ ਸੇਵਾ ਜੀ ਸਿੱਖਾਂ ਦੀ ਜੀ। ਸੂਖਮ ਚਾਵਰ ਸੂਪ ਜੇ ਨਾਨਾ। ਤੇ ਨਰਮ ਚਾਵਲ ਤਿਆਰ ਹੁੰਦੇ ਆ। ਫਿਰ ਸਾਧ ਸੰਗਤ ਜੀ ਸੂਪ ਜੇ ਨਾਨਾ, ਗੱਜ ਕੇ ਆਖੋ ਕਿੱਥੇ? ਵਾਹ। ਸੂਖਮ ਚਾਵਰ ਸੂਪ ਜੇ ਨਾਨਾ, ਗੱਜ ਕੇ ਆਖੋ ਵਾਹਿਗੁਰੂ। ਤੇ ਰਸੋਈ ਵਿੱਚ ਸੂਪ ਦਾ ਅਰਥ ਹੁੰਦਾ ਰਸੋਈ ਜੀ। ਰਸੋਈ 'ਚ ਬੜੇ ਵਧੀਆ ਚੌਲ ਬਣਦੇ ਜੀ। ਹਾਂਜੀ, ਗੋਧੁਮ ਚੂਨ ਸੋ ਸੂਖਮ ਠਾਨਾ। ਬਰੀਕ ਕਣਕ ਦਾ ਆਟਾ ਮਹਾਰਾਜ ਵਾਸਤੇ ਵਰਤਿਆ ਜਾਂਦਾ ਜੀ। ਹਾਂਜੀ, ਵਿਅੰਜਨ ਅਨੇਕ ਪ੍ਰਕਾਰ ਬਨੰਤੇ। ਕਈ ਪ੍ਰਕਾਰ ਦੇ ਪਦਾਰਥ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਬਣਦੇ ਆ ਜੀ। ਸਿੱਖ ਸੰਗਤ ਮਹਿ ਬੈਠ ਅਚੰਤੇ। ਤੇ ਮਹਾਰਾਜ ਸੰਗਤਾਂ ਵਿੱਚ ਬੈਠ ਕੇ ਛਕਦੇ ਜੀ ਪ੍ਰਸ਼ਾਦਾ ਜੀ, ਸਾਰੀਆਂ ਸੰਗਤਾਂ ਦੇ ਨਾਲ। ਗੁਰੂ ਨਾਨਕ ਦੇਵ ਜੀ ਦੇ ਘਰ ਵੱਡੀ ਬਖਸ਼ਿਸ਼ ਹੀ ਲੰਗਰ ਦੀ ਹੈਗੀ ਜੀ। ਗੱਜ ਕੇ ਆਖੋ ਇੱਕ ਬਾਹਰੀ ਲੰਗਰ, ਇੱਕ ਆਤਮਿਕ ਲੰਗਰ ਜੀ। ਬਾਹਰੀ ਲੰਗਰ 20 ਦੀ ਬਰਕਤ ਨਾਲ ਪੈਰ ਚੱਲ ਰਿਹਾ ਜੀ। ਉਹ ਤੁਸੀਂ ਕਥਾ ਸੁਣੀ ਸੀ ਨਾ ਜੀ, ਮੋਦੀ ਮਹਾਰਾਜ ਗਰੀਬ ਨਵਾਜ਼ ਨੇ ਜਦੋਂ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਇਆ ਜੀ। ਉਹ ਸਾਧੂ ਭੁੱਖੇ ਨਹੀਂ, ਉਹ ਬੜੇ ਨਾਮ ਜਪਣ ਵਾਲੇ ਹੈਗੇ ਜੀ। ਉਸ ਜ਼ਮਾਨੇ 'ਚ 5 ਰੁਪਏ ਦਾ ਆਟਾ ਤੇ 5 ਰੁਪਏ ਦੇ ਚੌਲ ਲਏ ਜੀ ਮਹਾਰਾਜ ਨੇ ਜੀ। ਉਦੋਂ ਮੋਹਰਾਂ ਚੱਲਦੀਆਂ ਸੀਗੀਆਂ। ਬੜਾ ਆਟਾ ਇਕੱਠਾ ਲੈ ਕੀਤਾ ਜੀ। 3 ਰੁਪਏ ਦਾ ਦੁੱਧ, 3 ਰੁਪਏ ਦੇ ਚੌਲ ਤੇ 3 ਰੁਪਏ ਦਾ ਦੇਸੀ ਘਿਓ ਲਿਆ ਕੇ 19 ਰੁਪਏ ਹੋ ਗਏ। 1 ਰੁਪਈਏ ਉਹਨਾਂ ਬੰਦਿਆਂ ਨੂੰ ਦਿੱਤਾ ਜਿਹੜੇ ਕਈ ਜਣੀਆਂ ਨੇ ਸਮਾਨ ਢੋਇਆ ਸੀਗਾ ਜੀ, ਤੇ ਲੰਗਰ ਲਾਇਆ ਜੀ। ਉਹ ਲੰਗਰ ਅੱਜ ਤੱਕ ਚੱਲ ਰਿਹਾ। ਸੋ ਮਹਾਰਾਜ 6ਵੇਂ ਪਾਤਸ਼ਾਹ ਦੀ ਹਾਜ਼ਰੀ ਵਿੱਚ ਵੀ ਨਾ ਜੀ ਕਈ ਤਰ੍ਹਾਂ ਦਾ ਪ੍ਰਸ਼ਾਦਾ ਤਿਆਰ ਹੁੰਦਾ ਜੀ। ਹਾਂਜੀ, ਦੇਗ ਵਿਸਾਲ ਗੁਰੂ ਕੀ ਚਾਲੇ। ਬੜਾ ਵੱਡਾ ਲੰਗਰ ਗੁਰੂ ਨਾਨਕ ਸਾਹਿਬ ਜੀ ਦਾ ਚੱਲਦਾ ਜੀ। ਪੁੰਚ ਹੈ ਸਕਲ ਆਨ ਜੁਗ ਕਾਲੇ। 2 ਸਮੇਂ ਆ ਕੇ ਸਾਰੇ ਹੀ ਪ੍ਰਸ਼ਾਦਾ ਛਕਦੇ ਸੀਗੇ ਜੀ। ਹਾਂਜੀ, ਬਾਹਰ ਦੁਪਹਿਰੇ ਕਰੇ ਆਰਾਮ। ਫਿਰ ਦੁਪਹਿਰ ਦੇ ਸਮੇਂ ਸੱਚੇ ਪਾਤਸ਼ਾਹ ਜੀ ਆਰਾਮ ਕਰਦੇ ਆ ਜੀ। ਹਾਂਜੀ, ਟਿਕ ਹੈ ਇਕਾਂਤ ਆਪਣੇ ਧਾਮ। ਘਰ ਦੇ ਵਿੱਚ ਇਕਾਂਤ ਮਹਾਰਾਜ ਜੀ ਟਿਕ ਜਾਂਦੇ ਹਨ। ਚਤਰ ਘਟੀ ਤੇ ਉੱਠੈ ਪਿਸ਼ਾਰੀ। 4 ਘੜੀਆਂ ਤੋਂ ਬਾਅਦ ਸੱਚੇ ਪਾਤਸ਼ਾਹ ਫਿਰ ਉੱਠਦੇ ਆ ਜੀ। ਹਾਂਜੀ, ਰਹਿ ਸੁਚੇਤਾ ਨਿਰਮਲ ਬਾਰੀ। ਗੱਜ ਕੇ ਆਖੋ ਨਿਰਮਲ ਜਲ ਨਾਲ ਜਲ ਵਰਤ ਕੇ ਸੁਚੇਤ ਹੋਣਾ ਸੱਚੇ ਪਾਤਸ਼ਾਹ ਜੀ ਨੇ ਜੀ। ਕਬ ਹੈ ਅਖੇਰ ਬ੍ਰਿਤ ਕੋ ਜਾਵਹਿ। ਤੇ ਕਦੀ ਤੇ ਫਿਰ ਸੱਚੇ ਪਾਤਸ਼ਾਹ ਸ਼ਿਕਾਰ ਨੂੰ ਜਾਂਦੇ ਸੀ, ਸ਼ਿਕਾਰ ਖੇਡਣ। ਆਖੋ ਵਾਹਿਗੁਰੂ। ਸੰਗਤ ਜੀ ਮੈਂ ਸੱਚ ਗੱਲ ਕਰਦਾ। ਚਲੋ ਦਿਨ ਰਾਤ ਪ੍ਰੋਗਰਾਮ ਹੁੰਦੇ ਆ ਜੀ, ਕਥਾ ਸਮਾਗਮਾਂ 'ਚ ਜਾਣਾ ਹੁੰਦਾ, ਪਰ ਜੋ ਆਨੰਦ ਟਿਕ ਕੇ ਇੱਕ ਸ਼ਡਿਊਲ ਵਿੱਚ ਆਉਂਦਾ ਹੈ ਨਾ ਜੀ, ਉਹ ਭੱਜ ਦੌੜ ਦੇ ਵਿੱਚ ਨਹੀਂ ਆਉਂਦਾ ਜੀ। ਹਰ ਸਿੱਖ ਦਾ ਨਿਯਮ ਹੋਣਾ ਚਾਹੀਦਾ ਜੀ। ਹਾਂਜੀ, ਆ ਪਿਛੇ ਜੇ ਮਹਾਰਾਜ ਦੇ ਗੁਰਪੁਰਬ ਲੰਘਿਆ ਜੀ, ਤੇ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਅਜੇ ਤੱਕ ਸਾਡਾ ਸ਼ਡਿਊਲ ਸੈੱਟ ਨਹੀਂ ਹੋਇਆ ਜੀ। ਪਰ ਵੇਖ ਲਓ ਮਹਾਰਾਜ ਦਾ ਨਿਯਤ ਸਮਾਂ ਜੀ, ਇੰਨੇ ਵਜੇ ਆਰਾਮ ਕਰਨਾ, ਇੰਨੇ ਵਜੇ ਉੱਠ ਜਾਣਾ ਜੀ। ਹਾਂਜੀ, ਸੁਭੱਟ ਸੰਗ ਚੜ ਕੇ ਫਿਰ ਆਵਹਿ। ਫਿਰ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਤੇ ਬੜੇ ਸੂਰਮੇ ਗੁਰੂ ਜੀ ਦੇ ਨਾਲ ਜਾਂਦੇ ਜੀ। ਫਿਰ ਹੈ ਅਕਾਲ ਤਖਤ ਕੇ ਥਾਨ। ਫਿਰ ਸ਼ਿਕਾਰ ਨੂੰ ਖੇਡ ਕੇ ਆ ਕੇ ਮਹਾਰਾਜ ਜੀ ਅਕਾਲ ਤਖਤ ਸਾਹਿਬ ਬੈਠਦੇ ਆ ਕੇ ਜੀ। ਗਨ ਸੁਭਟਨ ਕੋ ਲਗਹਿ ਦੀਵਾਨ। ਤੇ ਸੂਰਮਿਆਂ ਦਾ ਦੀਵਾਨ ਲੱਗਦਾ ਸੀਗਾ ਉੱਥੇ, ਸੂਰਮਿਆਂ ਦਾ ਜੀ। ਫੌਜੀਆਂ ਸਾਰਿਆਂ ਨੇ ਆਉਣਾ ਮਹਾਰਾਜ ਦੇ ਕੋਲ। ਸਿੱਖ ਮਸੰਦ ਬ੍ਰਿੰਦ ਸਭ ਆਏ। ਬਹੁਤ ਸਾਰੇ ਸਿੱਖ ਤੇ ਮਸੰਦ ਫਿਰ ਸ਼ਾਮ ਨੂੰ ਮਹਾਰਾਜ ਦੇ ਚਰਨਾਂ 'ਚ ਬੈਠਦੇ ਸੀ ਆ ਕੇ। ਬੰਧਨ ਕਰ ਕਰ ਧਨ ਅਰਪਾਏ। ਮੱਥਾ ਟੇਕਣਾ, ਮਾਇਆ ਚੜ੍ਹਨੀ, ਬੜਾ ਹੀ ਸੁੱਖ ਆਨੰਦ ਵਰਤਣਾ। ਜਿਹੜਾ ਇੱਕ ਵਾਰੀ ਉਸ ਮਾਹੌਲ 'ਚ ਆ ਜਾਂਦਾ ਸੀ ਨਾ, ਉਹ ਮੁੜ ਮਾਹੌਲ ਨੂੰ ਛੱਡ ਕੇ ਨਹੀਂ ਸੀ ਜਾਂਦਾ ਜੀ। ਇੰਨਾ ਆਨੰਦ ਬਣਦਾ ਮਹਾਰਾਜ ਦੇ ਚਰਨਾਂ 'ਚ।
ਦੇਸ਼ ਵਿਦੇਸ਼ਨ ਕੀ ਗੁਰਕਾਰਾ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦੀ ਜਿਹੜੀ ਭੇਟਾ ਹੈ ਨਾ ਜੀ, ਉਹ ਗੁਰੂ ਸਾਹਿਬ ਤੱਕ ਪਹੁੰਚਦੀ ਹੈ ਜੀ। ਆਵਹਿ ਦਿਨ ਪ੍ਰਤ ਦਰਬ ਹਜ਼ਾਰਾ। ਹਜ਼ਾਰਾਂ ਰੁਪਈਏ ਰੋਜ਼ ਹੀ ਚੜਦੇ ਹੈਗੇ ਜੀ, ਤੇ ਉਦੋਂ ਹਜ਼ਾਰਾਂ ਰੁਪਈਏ ਕਰੋੜਾਂ ਵਰਗੇ ਸੀ ਜੀ। ਬਹੁਤ ਮਾਇਆ ਚੜ੍ਹਨੀ ਜੀ, ਮਾਇਆ ਦੀ ਤੇ ਕਮੀ ਨਹੀਂ ਹੁੰਦੀ ਜੀ। ਕਦੀ ਗੱਜ ਕੇ ਆਖੋ ਵਾਹਿਗੁਰੂ। ਕਦੀ ਮਾਇਆ ਦੀ ਕਮੀ ਨਹੀਂ ਹੁੰਦੀ ਜੀ। ਤੁਸੀਂ ਨਾਨਕ ਪ੍ਰਕਾਸ਼ ਗ੍ਰੰਥ ਜੀ ਦੀ ਕਥਾ ਸੁਣੀ ਹੈ ਜੀ। ਸੁਲਤਾਨਪੁਰ ਲੋਧੀ ਮਹਾਰਾਜ ਨੇ ਮੋਦੀ ਖਾਨੇ ਨੌਕਰੀ ਕੀਤੀ ਜੀ, ਕਿਰਤ ਕੀਤੀ ਸੱਚੇ ਪਾਤਸ਼ਾਹ ਨੇ, ਤੇ ਗਰੀਬਾਂ ਨੂੰ ਮਹਾਰਾਜ ਨੇ ਵੰਡੀ ਜਾਣਾ ਫ੍ਰੀ ਜੀ। ਤੇ ਰੌਲਾ ਪੈ ਗਿਆ, ਰੌਲਾ ਜੀ, ਹਾਂਜੀ, ਵੀ ਦੌਲਤ ਖਾਂ ਤੇ ਉੱਜੜ ਜੇਗਾ। ਮਹਾਰਾਜ ਤੇ ਸਾਰਾ ਕੁਝ ਮੁਫਤ ਹੀ ਵੰਡੀ ਜਾਂਦੇ ਆ। 3.5 ਮਹੀਨੇ ਹੋ ਗਏ, ਕੋਈ ਹਿਸਾਬ ਕਿਤਾਬ ਨਹੀਂ ਸੀ ਅਜੇ ਹੋਇਆ। ਬੇਬੇ ਨਾਨਕੀ ਜੀ ਮਹਾਰਾਜ ਨੂੰ ਕਹਿੰਦੇ, ਮਹਾਰਾਜ ਲੋਕ ਗੱਲਾਂ ਬੜੀਆਂ ਕਰਦੇ ਆ। ਮਹਾਰਾਜ ਕਹਿੰਦੇ, ਬੇਬੇ ਅੱਜ ਲੋਕਾਂ ਦਾ ਮੁੱਖ ਚੁੱਪ ਕਰਾ ਦਿੰਦੇ। ਮਹਾਰਾਜ ਨਵੀਂ ਸੰਧ ਕੋਲ ਗਏ, ਜਿਹੜਾ ਲੇਖਾ ਕਰਦਾ ਹੁੰਦਾ ਹੈਗਾ ਜੀ। ਹੁਣ ਵੇਖਣ 'ਚ ਕੀ ਜੀ, 13 ਕਰਕੇ ਤੋਲਦੇ ਤੇ ਵਾਧੂ ਦਈ ਜਾਂਦੇ ਜੀ, ਤੇ ਪੈਸੇ ਨਹੀਂ ਲੈਂਦੇ ਜੀ। ਪੈਸੇ ਨਹੀਂ ਲੈਂਦੇ ਤੇ ਦਈ ਜਾਂਦੇ ਜੀ। ਤੇ ਤੁਹਾਨੂੰ ਪਤਾ, ਕੋਈ ਦੁਕਾਨਦਾਰ ਪੈਸਾ ਲਵੇ ਨਾ ਤੇ ਸੌਦਾ ਵੰਡੀ ਜਾਵੇ, ਫਿਰ ਤੇ ਘਾਟਾ ਹੀ ਹੈ ਨਾ ਜੀ। ਲੇਖਾ ਹੋਇਆ ਤੇ ਉਸ ਜ਼ਮਾਨੇ ਵਿੱਚ ਗੁਰੂ ਸਾਹਿਬ ਦੇ 135 ਰੁਪਏ ਵੱਧ ਨਿਕਲੇ ਜੀ, ਉਸ ਜ਼ਮਾਨੇ 'ਚ ਜੀ। ਥੋੜ੍ਹੇ ਦਿਨਾਂ ਬਾਅਦ, ਮਹੀਨਿਆਂ ਬਾਅਦ ਫਿਰ ਲੇਖਾ ਹੋਇਆ ਤੇ ਉਸ ਜ਼ਮਾਨੇ ਵਿੱਚ ਗੁਰੂ ਸਾਹਿਬ ਦੇ 321 ਰੁਪਏ ਵੱਧ ਨਿਕਲੇ ਜੀ। ਹਾਂਜੀ, ਜਿਹੜੇ ਲੱਖਾਂ ਦੇ ਹਿਸਾਬ ਨਾਲ ਜੀ ਅੱਜ ਜੀ। ਕੱਜ ਕੇ ਆਖੋ ਵਾਹਿਗੁਰੂ। ਸੋ ਇਸ ਕਰਕੇ ਘਾਟਾ ਨਹੀਂ ਹੁੰਦਾ ਜੀ। ਜਿੱਥੇ ਗੁਰੂ ਸਾਹਿਬ ਦਾ ਨਾਮ ਆ ਗਿਆ, ਉੱਥੇ ਘਾਟੇ ਥੋੜ੍ਹੀ ਹੈਗੇ ਜੀ। ਲੰਗਰ ਹੋਵੇ, ਕੁਝ ਹੋਵੇ, ਜਿੱਥੇ ਨਾਮ ਆ ਗਿਆ, ਗੁਰੂ ਨਾਨਕ ਸਾਹਿਬ ਮਿਹਰ ਕਰਦੇ, ਪਿੱਠ ਨਹੀਂ ਲੱਗਣ ਦਿੰਦੇ ਜੀ। ਇਸ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਹਜ਼ਾਰਾਂ ਰੁਪਈਏ ਆਉਂਦੇ, ਮਾਇਆ ਦੀ ਕਮੀ ਕੋਈ ਨਹੀਂ ਜੀ। ਮੀਂਹ ਪੈਂਦੇ ਆ ਜੀ। ਸਭ ਪੁਰ ਗ੍ਰਾਮਨ ਬਿਖੈ ਸੰਦ। ਸਭ ਨਗਰਾਂ ਵਿੱਚ, ਪਿੰਡਾਂ ਦੇ ਵਿੱਚ ਮਸੰਦ ਰਹਿੰਦੇ ਸੀਗੇ। ਗੁਰ ਕੋ ਦਰਬ ਬਟੋਰਹਿ ਬ੍ਰਿੰਦ। ਉਹ ਫਿਰ ਮਾਇਆ ਇਕੱਠੀ ਕਰਦੇ ਹੁੰਦੇ ਸੀਗੇ। ਅਸਲ 'ਚ ਮਹਾਰਾਜ ਨੇ ਜਿਹੜੇ ਮਸੰਦ ਬਣਾਏ ਸੀ ਨਾ ਜੀ, ਉਹ ਬੜੇ ਜੀਵਨ ਵਾਲੇ ਸੀਗੇ ਜੀ। ਨਾਲੇ ਉਹਨਾਂ ਨੇ ਜਪਾਉਣਾ ਨਾਮ, ਤੇ ਸੰਗਤਾਂ ਭਰੋਸਾ ਕਰਕੇ ਉਹਨਾਂ ਨੂੰ ਮਾਇਆ ਦਿੰਦੀਆਂ ਹੈਗੀਆਂ ਜੀ। ਪਸ਼ਚਮ ਬਿਖੈ ਬਿਲਾਇਤ ਮਾਹੀ। ਚੱਲਿਓ ਆਏ ਧਨ ਸਭ ਗੁਰ ਪਾਹੀ। ਪਸ਼ਚਮ ਦੇ ਦੇਸ਼ ਵਿੱਚੋਂ, ਵਿਲਾਇਤ ਵਾਲੇ ਪਾਸਿਓਂ ਬੜੀ ਮਾਇਆ ਆਉਣੀ ਜੀ। ਮਹਾਰਾਜ ਜੀ ਦੇ ਉਸਤਤ 'ਚ ਭੱਟ ਲਿਖਦੇ ਜੀ, ਉੱਤਰ ਦੱਖਣ ਹੈ ਪੁਬ ਅਰ ਪੱਛਮ, ਜੈ ਜੈਕਾਰ ਜਪੰਥ ਨਰਾ। ਉੱਤਰ ਹੋਵੇ, ਪੂਰਬ ਹੋਵੇ, ਪੱਛਮ ਹੋਵੇ, ਲੋਕ ਗੁਰੂ ਜੀ ਦੀਆਂ ਜੈ ਜੈਕਾਰਾਂ ਕਰਦੇ ਜੀ। ਇਸ ਕਰਕੇ ਬੜੀ ਮਾਇਆ ਆ ਰਹੀ ਜੀ, ਬੜੀ ਜੈ ਜੈਕਾਰ ਹੋ ਰਹੀ ਹੈ। ਪੂਰਬ ਦੱਖਣ ਉੱਤਰ ਸਾਰੇ। ਕੀ ਪੂਰਬ, ਕੀ ਦੱਖਣ ਤੇ ਕੀ ਉੱਤਰ। ਆਨਹਿ ਦਰਬ ਮਸੰਦ ਉਦਾਰੇ। ਤੇ ਮਸੰਦ ਆ ਕੇ ਬਹੁਤੀ ਮਾਇਆ ਗੁਰੂ ਜੀ ਨੂੰ ਭੇਟਾ ਕਰ ਰਹੇ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਵੀ ਪੰਕਤੀ ਪੜ੍ਹੀਏ। ਉੱਤਰ ਦੱਖਣ ਹੈ ਪੁਬ ਆਰ ਪੱਛਮ। ਉੱਤਰ ਦੱਖਣ ਹੈ ਪੁਰਬ ਆਰ ਪੱਛਮ। ਉੱਤਰ ਦੱਖਣ ਪੁਬ ਆਰ ਪੱਛਮ। ਉੱਤਰ ਦੱਖਣ ਪੁਬ ਆਰ ਪੱਛਮ। ਜੈ ਜੈਕਾਰ ਜਪੰਥ ਨਰਾ। ਜੈ ਜੈਕਾਰ ਜਪੰਥ ਨਰਾ। ਜੈ ਜੈਕਾਰ ਜਪੰਥ ਨਰਾ। ਜੈ ਜੈਕਾਰ ਜਪੰਥ ਨਰਾ। ਉੱਤਰ ਦੱਖਣ ਹੈ ਪੁਬ ਆਰ ਪੱਛਮ। ਉੱਤਰ ਦੱਖਣ ਹੈ ਪੁਬ ਆਰ ਪੱਛਮ। ਜੈ ਜੈਕਾਰ
ਜਪੰਥ ਨਰਾ ਜੈ ਜੈਕਾਰ। ਜਪੰਥ ਨਰਾ। ਆਪਾਂ ਵੀ ਜੈ ਜੈਕਾਰ ਕਰਨੀ ਜੀ। ਜੈ ਜੈਕਾਰ ਜਪੰਥ ਨਰਾ। ਜੈ ਜੈਕਾਰ ਜਪੰਥ ਨਰਾ। ਉੱਤਰ ਦਖਣ ਹੈ ਪੁਬ ਆਰ ਪੱਛਮ। ਉੱਤਰ ਦੱਖਣ ਹੈ ਪੁਬ ਆਰ ਪੱਛਮ। ਭਾਈ ਸਾਹਿਬ ਲਿਖਦੇ ਪਸ਼ਚਮ ਵਿਖੈ ਬਲਾਇਤ ਮਾਹੀ। ਚਲਿਓ ਆਏ ਧਨ ਸਭ ਪੁਰ ਮਾਹੀ। ਪੂਰਬ ਦੱਖਣ ਉੱਤਰ ਸਾਰੇ ਆਨਹਿ ਦਰਬ ਮਸੰਦ ਉਧਾਰੇ। ਉੱਤਰ ਦੱਖਣ ਪੂਰਬ ਪੱਛਮ ਵਾਲੇ ਪਾਸਿਓਂ ਮਸੰਦ ਸੰਗਤਾਂ ਦੀ ਭੇਟਾ ਮਹਾਰਾਜ ਦੇ ਚਰਨਾਂ 'ਚ ਲਿਆ ਕੇ ਰੱਖਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀ। ਹਾਂਜੀ। ਦਿਨ ਕੇ ਚੌਥੇ ਪਹਿਰ ਦੀਵਾਨ। ਦਿਨ ਦੇ ਚੌਥੇ ਪਹਿਰ ਫਿਰ ਦੀਵਾਨ ਲੱਗਦਾ ਜੀ। ਹਾਂਜੀ। ਕਰੈ ਲਗਾਵਨ ਗੁਰੂ ਮਹਾਨ ਸੱਚੇ ਪਾਤਸ਼ਾਹ ਜੀ ਦੀਵਾਨ ਲਾਉਂਦੇ ਆ। ਪ੍ਰਥਮ ਨਮਹਿ ਕਰ ਸ਼੍ਰੀ ਹਰਿਮੰਦਰ। ਪਹਿਲਾਂ ਮਹਾਰਾਜ ਜਾ ਕੇ ਹਰਿਮੰਦਰ ਸਾਹਿਬ ਮੱਥਾ ਟੇਕਦੇ ਆ ਜੀ। ਹਾਂਜੀ। ਚਤੁਰ ਪ੍ਰਦਸ਼ਨਾ ਕੇ ਸੁਰ ਕੰਦਰ। 4 ਪਰਿਕਰਮਾ ਕਰਦੇ ਮਹਾਰਾਜ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸਾਡੇ ਵੀਰ ਕਹਿੰਦੇ ਇੱਕ ਵੀ ਨਹੀਂ ਕਰਨੀ ਚਾਹੀਦੀ ਜੀ। ਹੈ ਪਰਿਕਰਮਾ ਨਹੀਂ ਕਰਨੀ ਚਾਹੀਦੀ ਕਹਿੰਦੇ। ਪਰਿਕਰਮਾ ਹਮੇਸ਼ਾ ਛੋਟਾ ਬੰਦਾ ਵੱਡੇ ਦੀ ਪਰਿਕਰਮਾ ਕਰਦਾ ਹੈ ਜੀ। ਤੇ ਗੁਰੂ ਜੀ ਤੇ ਬਹੁਤ ਵੱਡੇ ਨੇ ਫਿਰ ਵੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰ ਰਹੇ ਨੇ ਜੀ। ਇੱਥੋਂ ਲੈ ਕੇ ਜਦੋਂ ਵਾਹਿਗੁਰੂ ਵਾਹਿਗੁਰੂ ਕਰਦੇ ਘੁੰਮ ਕੇ ਇੱਥੇ ਆਉਂਦੇ ਹੋ ਨਾ ਪਿਆਰਿਓ, ਬੜੇ ਪੁੰਨ ਬਣ ਜਾਂਦੇ ਜੀ ਤੁਹਾਡੇ ਜੀ। ਆਪਣੇ ਗੁਰੂ ਜੀ ਦੀਆਂ ਪਰਿਕਰਮਾ ਕਰਿਆ ਕਰੋ। ਹਾਂਜੀ। ਮਹਾਰਾਜ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਇੱਕ ਵਾਰੀ ਨਹੀਂ ਜੀ, ਕਿੰਨੀ ਵਾਰੀ? 4 ਵਾਰ ਜੀ। ਹਾਂਜੀ। ਬੈਠੇ ਆਨ ਸਕਲ ਤੇ ਸਥਾਨ। ਫਿਰ ਮਹਾਰਾਜ ਆ ਕੇ ਉਸ ਜਗ੍ਹਾ ਬੈਠਦੇ ਅਕਾਲ ਤਖਤ ਸਾਹਿਬ ਵਾਲੀ। ਸ੍ਰੀ ਹਰਗੋਬਿੰਦ ਜਹਾਂ ਸੁਜਾਨ। ਗਾਏ ਰਬਾਬੀ ਬਾਬਕ ਰਾਗ। ਤੇ ਭਾਈ ਬਾਬਕ ਜੀ ਰਾਗੀ ਨੇ ਜੀ। ਉਹ ਫਿਰ ਰਾਗ ਗਾਉਂਦੇ ਆ ਜੀ। ਹਾਂਜੀ। ਗੁਰ ਜੁਤ ਸਿੱਖ ਸੁਨੈ ਕਰ ਰਾਗ। ਗੁਰੂ ਸਾਹਿਬ ਸਮੇਤ ਸਾਰੇ ਸਿੱਖ ਬੜਾ ਪ੍ਰੇਮ ਕਰਕੇ ਉਹ ਕੀਰਤਨ ਸੁਣਦੇ ਜੀ। ਆਨ ਆਨ ਦਰਸੈ ਸਿੱਖ ਸਾਰੇ। ਸਿੱਖ ਆਉਂਦੇ ਆ ਆਪਣੇ ਮਾਲਕ ਦੇ ਦਰਸ਼ਨ ਕਰਦੇ। ਸੰਗਤ ਜੀ ਭਾਵਨਾ ਬਣਾਓ ਤੇ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ। ਹੱਥ ਜੋੜੋ ਸਾਰੇ। ਮਾਲਕ ਬੈਠੇ ਸਾਡੇ ਜੀ। ਆਖੋ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਪੁਰੈ ਮਨੋਰਥ ਕਾਂਖਾਂ ਵਾਰੇ। ਜਿਹਦੀ ਜੋ ਇੱਛਾ ਹੁੰਦੀ ਸੀ ਨਾ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹਦੀ ਇੱਛਾ ਪੂਰੀ ਹੋ ਜਾਂਦੀ ਸੀਗੀ ਜੀ। ਸੰਸਾਰੀ ਬੰਦੇ ਆਪਾਂ ਇੱਥੇ ਖਲੋਤੇ ਆ, ਸਾਡੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਜੀ। ਹਾਂਜੀ। ਕੇਤਿਕ ਆਵੇਂ ਚੱਲ ਜਗਿਆਸੀ। ਕਈ ਫਿਰ ਜਿਗਿਆਸੂ ਵੀ ਆਉਂਦੇ ਸੀਗੇ ਜੀ। ਕੁਝ ਜਾਣਨ ਦੀ ਇੱਛਾ ਰੱਖ ਕੇ ਆਉਂਦੇ ਸੀਗੇ ਜੀ। ਕਿਤਕ ਮਮੋਖੀ ਸਿੱਖ ਰਹਿ ਪਾਸੀ। ਤੇ ਕਈ ਫਿਰ ਮੁਕਤੀ ਪ੍ਰਾਪਤ ਕਰਨ ਲਈ ਗੁਰੂ ਜੀ ਦੇ ਚਰਨਾਂ ਵਿੱਚ ਮੁਕਤੀ ਦਾਤਾ ਜੀ ਦੇ ਕੋਲ ਰਹਿੰਦੇ ਸਨ ਜੀ। ਸੇਵਾ ਕਰਹਿ ਪ੍ਰੇਮ ਤੇ ਘਨੀ। ਬੜੇ ਹੀ ਪ੍ਰੇਮ ਨਾਲ ਬਹੁਤੀ ਸੇਵਾ ਕਰਦੇ ਸੀਗੇ ਸਿੱਖ ਜੀ। ਸੁਨਹਿ ਕਰਨ ਦੇ ਜਿਮ ਗੁਰ ਭਨੀ। ਤੇ ਫਿਰ ਨਾਲੇ ਆਪਣੇ ਕੰਨਾਂ ਨਾਲ ਬਾਣੀ ਨੂੰ ਸੁਣਦੇ ਰਹਿਣਾ ਜੀ। ਹਾਂਜੀ। ਸੰਧਿਆ ਮਹਿ ਸੋ ਦਰ ਸੁਨ ਕਰਕੇ। ਤੇ ਸੰਧਿਆ ਦੇ ਸਮੇਂ ਫਿਰ ਰਹਿਰਾਸ ਸਾਹਿਬ ਜੀ ਦਾ ਪਾਠ ਗੁਰੂ ਜੀ ਦੀ ਹਾਜ਼ਰੀ 'ਚ ਸਾਰਿਆਂ ਨੇ ਸੁਣਨਾ ਜੀ। ਭੋਗ ਪਰੇ ਤੇ ਸ਼ਰਧਾ ਧਰ ਕੇ। ਤੇ ਬੜੇ ਪਿਆਰ ਨਾਲ ਸ਼ਰਧਾ ਧਾਰ ਕੇ ਪਾਠ ਸੁਣਨਾ। ਫਿਰ ਭੋਗ ਪੈਣਾ ਜੀ ਉਹਦਾ। ਕਰ ਬੰਦਹਿ ਬੰਧਨ ਕਰ ਆਛੇ। ਤੇ ਫਿਰ ਭੋਗ ਤੇ ਨਾ ਸਾਰਿਆਂ ਹੱਥ ਜੋੜ ਕੇ ਮੱਥਾ ਟੇਕਣਾ ਮਹਾਰਾਜ ਨੂੰ ਜੀ। ਆਪਾਂ ਵੀ ਡੋੜੀਏ ਹੱਥ ਨਮਸਕਾਰ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ। ਬਾਹਰ ਚੱਲੈ ਸਤਿਗੁਰ ਕੇ ਪਾਛੇ। ਹਾਂਜੀ। ਬੜੀ ਪ੍ਰਦਰਸ਼ਨਾ ਸਰ ਕੀ ਦੇਹ। ਫਿਰ ਮਹਾਰਾਜ ਬਾਹਰ ਨਿਕਲਦੇ ਜੀ। ਪਹਿਲਾਂ ਹਰਿਮੰਦਰ ਸਾਹਿਬ ਰਹਿੰਦੇ ਜੀ। ਵਾਹਿਗੁਰੂ ਹਰਿਮੰਦਰ ਸਾਹਿਬ ਵਾਹਿਗੁਰੂ ਰਹਿ ਰਸ ਜੀ ਦਾ ਪਾਠ ਸੁਣਦੇ। ਫਿਰ ਮਹਾਰਾਜ ਸਰੋਵਰ ਦੀ ਪਰਿਕਰਮਾ ਕਰਦੇ ਜੀ ਆ ਕੇ। ਹਾਂਜੀ। ਪੌਰ ਦਰਸ਼ਨੀ ਦਰਸ਼ਨ ਲਹੇ। ਪਹਿਲਾਂ ਦਰਸ਼ਨੇ ਦਰਵਾਜ਼ੇ ਤੇ ਆ ਕੇ ਦਰਸ਼ਨ ਕਰਦੇ ਜੀ। ਦਰਸ਼ਨੀ ਦੇਵੜੇ।
ਅੰਤਰ ਕੀ ਪਰਕਰਮਾ ਕਰੈ, ਹਾਂਜੀ। ਨਮਰੀ ਹੋਤ ਪ੍ਰੇਮ ਕੋ ਧਰੈ। ਹਾਂਜੀ। ਭਾਈ ਬ੍ਰਿਧ ਸਭ ਸਿੱਖ ਗੁਰਦਾਸ, ਹਾਂਜੀ। ਗਾਵਤ ਚੌਂਕੀ ਸ਼ਬਦ ਪ੍ਰਕਾਸ਼। ਤੇ ਫਿਰ ਉਹ ਚੌਂਕੀ ਸਾਹਿਬ ਨਿਕਲਦੀ ਹੁੰਦੀ ਸੀਗੀ ਜੀ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਹੁਣਾਂ ਰੋਜ਼ ਚੌਂਕੀ ਸਾਹਿਬ ਕੱਢਣੀ। ਹਾਂਜੀ। ਸਨੈ ਸਨੈ ਪ੍ਰਦਰਸ਼ਨਾਂ ਦੇਤੇ, ਹੌਲੀ ਹੌਲੀ ਸਹਿਜੇ ਸਹਿਜੇ ਪਰਿਕਰਮਾ ਕਰਨੀਆਂ, ਤੇ ਗੁਰੂ ਜੀ ਨੇ ਵੀ ਉਸ ਚੌਂਕੀ ਸਾਹਿਬ 'ਚ ਸ਼ਾਮਲ ਹੋ ਜਾਣਾ ਜੀ। ਵੇਖ ਲਓ, ਗੁਰੂ ਸਾਹਿਬ ਨਹੀਂ ਸੀ ਆ ਰਹੇ ਤੇ ਦਰਸ਼ਨਾਂ ਦੀ ਪਿਆਸ 'ਚ ਚੌਂਕੀ ਸਾਹਿਬ ਕੱਢੀ। ਹੁਣ ਮਹਾਰਾਜ ਆ ਰਹੇ ਤੇ ਚੌਂਕੀ ਸਾਹਿਬ ਨਹੀਂ ਬੰਦ ਹੋਈ, ਮਹਾਰਾਜ ਵੀ ਨਾਲ ਨਾਲ ਹੀ ਰਹਿੰਦੀ। ਹਾਂਜੀ। ਸ਼ਬਦ ਪੜ੍ਹਤ ਸਮਝਤ ਸੁਖ ਲੇਤੇ। ਨਾਲੇ ਸ਼ਬਦ ਪੜ੍ਹਦੇ ਆ, ਨਾਲੇ ਉਹਨੂੰ ਸਮਝਦੇ ਆ, ਤੇ ਮਨ ਨੂੰ ਸੁੱਖ ਪ੍ਰਾਪਤ ਹੁੰਦਾ ਜੀ। ਦੇਖਤ ਭਏ ਪ੍ਰਸੰਨ ਬਿਲੰਦ। ਸੱਚੇ ਪਾਤਸ਼ਾਹ ਗੁਰਸਿੱਖਾਂ ਦਾ ਪਿਆਰ ਵੇਖ ਕੇ ਬਹੁਤ ਹੀ ਖੁਸ਼ ਹੁੰਦੇ ਆ ਜੀ। ਹਾਂਜੀ। ਬਦਨ ਬਦਤ ਭਏ ਸ਼੍ਰੀ ਹਰਗੋਬਿੰਦ, ਕਿੱਥੇ ਧੰਨ ਬ੍ਰਿਧ ਭਾਈ ਸ਼ੁਭਰੀਤ। ਤੇ ਮਹਾਰਾਜ ਜੀ ਨਾ ਫਿਰ ਮੁਖ ਤੋਂ ਕਹਿੰਦੇ, ਬਾਬਾ ਬੁੱਢਾ ਜੀ ਤੁਸੀਂ ਧੰਨ ਹੋ ਕਹਿਣ ਲੱਗੇ। ਕਿੰਨਾ ਸੋਹਣਾ ਸੰਗਤ ਨੂੰ ਜੋੜਿਆ। ਹਾਂਜੀ। ਕਰੀ ਸੁਧਾਸਰ ਪਰ ਧਰ ਪ੍ਰੀਤ। ਨਾਲੇ ਅੰਮ੍ਰਿਤ ਸਰੋਵਰ ਤੇ ਪ੍ਰੀਤੀ ਧਾਰਨ ਹੁੰਦੀ ਜੀ, ਉਹਦੀ ਪਰਿਕਰਮਾ ਕਰਦੇ ਜੀ ਸਾਰੇ। ਕਰੇ ਸਰਾਹਨ ਪੁਨ ਗੁਰਦਾਸ। ਫਿਰ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਵੀ ਸਿਫਤ ਕੀਤੀ। ਬੰਦਾ ਚੰਗਾ ਕੰਮ ਕਰੇਗਾ, ਸਿਫਤ ਤੇ ਹੋਣੀ ਹੈ ਜੀ। ਹਾਂਜੀ। ਆਹੋ ਧੰਨ ਵੱਡ ਪ੍ਰੇਮ ਪ੍ਰਕਾਸ਼। ਮਹਾਰਾਜ ਕਹਿੰਦੇ ਸਿੱਖੋ ਤੁਸੀਂ ਧੰਨ ਚ, ਤੁਹਾਡੇ ਮਨ ਚ ਇੰਨਾ ਪਿਆਰ ਹੈ, ਇੰਨੀ ਸ਼ਰਧਾ ਹੈ। ਪੁਨਹ ਜਾਮਨੀ ਮਹਿ ਗੁਰ ਜਾਵੈ, ਸੁਖ ਸਮੇਤ ਸ਼ੁਭ ਸਦਨ ਬਿਤਾਵੈ। ਫਿਰ ਮਹਾਰਾਜ ਰਾਤ ਨੂੰ ਘਰ ਚਲੇ ਜਾਣਾ, ਪ੍ਰਸ਼ਾਦਾ ਪਾਣੀ ਛਕਣਾ ਤੇ ਆਰਾਮ ਕਰਨਾ ਜੀ। ਇਹ ਸੀ ਮਹਾਰਾਜ ਦਾ ਰੋਜ਼ ਦਾ ਸ਼ਡਿਊਲ ਜੀ, ਰੋਜ਼ ਦਾ ਨਿਤਨੇਮ। ਜਦੋਂ ਮਹਾਰਾਜ ਅੰਮ੍ਰਿਤਸਰ ਰਹਿੰਦੇ ਸੀ ਨਾ, ਤੇ ਗੁਰੂ ਜੀ ਦੇ ਰੋਜ਼ ਦਾ ਨਿਤਨੇਮ ਸੀਗਾ ਜੀ ਇਹ। ਤੇ ਹਰ ਇੱਕ ਦਾ ਟਾਈਮ ਟੇਬਲ ਤੇ ਹੋਣਾ ਚਾਹੀਦਾ ਜੀ। ਅਰਦਾਸ ਕਰੋ ਮਹਾਰਾਜ ਮੇਰਾ ਵੀ ਟਾਈਮ ਟੇਬਲ ਬਣੇ ਜੀ, ਤੁਹਾਡਾ ਵੀ ਬਣੇ ਜੀ, ਸਾਰਿਆਂ ਦਾ ਜੀ। ਉਂਝ ਇੱਕ ਗੱਲ 'ਚ ਜਿਹੜਾ ਆ ਵੀ ਟਾਈਮ ਟੇਬਲ ਹੈ ਨਾ, ਤੁਸੀਂ ਰੋਜ਼ ਇਸ ਸਮੇਂ ਆਉਣਾ, ਖਿੱਚੇ ਹੁੰਦੇ ਹੋ, ਭੱਜੇ ਹੁੰਦੇ ਹੋ, ਇਹ ਵੀ ਬੜੀ ਵੱਡੀ ਗੱਲ ਹੈ ਜੀ। ਇਹ ਵੀ ਗੁਰੂ ਜੀ ਦੀ ਮਿਹਰ ਤੋਂ ਬਗੈਰ ਨਹੀਂ ਹੋ ਸਕਦਾ ਜੀ। ਗੁਰੂ ਜੀ ਦੀ ਕਿਰਪਾ ਹੋਵੇ ਫੇਰ ਹੀ ਹੁੰਦਾ ਜੀ। ਸੋ ਮਹਾਰਾਜ ਇਸ ਤਰ੍ਹਾਂ ਰੋਜ਼ ਸੰਗਤਾਂ ਨੂੰ ਦਰਸ਼ਨ ਦਿੰਦੇ ਆ, ਭਲਾ ਕਰਦੇ ਆ। ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰਨ। ਹੁਣ ਆਪਾਂ ਗੁਰਮੰਤਰ ਦਾ ਜਾਪ ਕਰੀਏ। ਕਰੋ ਲੱਕ ਸਿੱਧੇ ਸਾਰੇ ਪ੍ਰੇਮ ਨਾਲ, ਸਾਵਧਾਨ ਹੋਵੋ ਤੇ ਗੱਜ ਕੇ ਸਾਰੇ ਆਖੋ ਵਾਹਿਗੁਰੂ। ਜਪ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ। ਜਪ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਨਾਮ ਜਪਣ ਦਾ ਬਲ ਮਿਲੇ। ਜਿਵੇਂ ਕੌਲਾਂ ਜੀ ਵਾਸਤੇ ਗੁਰੂ ਜੀ ਦੇ ਦਰਸ਼ਨ ਹੀ ਸਾਰਾ ਕੁਝ ਹਨ ਜੀ, ਗੁਰਸਿੱਖਾਂ ਵਾਸਤੇ ਆਪਣੇ ਗੁਰੂ ਜੀ ਦੇ ਦਰਸ਼ਨ ਹੀ ਸਾਰਾ ਕੁਝ ਹਨ ਜੀ। ਤੇ ਮਹਾਰਾਜ ਦੀ ਕਿਰਪਾ ਕਰਨ, ਸਾਡੇ ਮਨਾਂ ਵਿੱਚ ਸ਼ੁਭ ਪ੍ਰਾਪਤੀ ਹੋਵੇ ਜੀ। ਮੈਂ ਕਹਿੰਦਾ ਦਰਸ਼ਨਾਂ ਦੀ ਜ਼ਿੰਦਗੀ 'ਚ ਪਿਆਸ ਬਣ ਜਾਏ ਤਾਂ ਵੀ ਜ਼ਿੰਦਗੀ ਸਫਲੀ ਹੋ ਜਾਂਦੀ ਬੰਦੇ ਦੀ ਜੀ। ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ ਜੀ ਤਾਂ ਵੀ ਜ਼ਿੰਦਗੀ ਸਫਲੀ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰਾ ਭਰਿਆ ਹੱਥ ਰੱਖਣ ਆਪ ਜੀ ਸਾਰਿਆਂ ਤੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। 8 ਤਰੀਕ ਨੂੰ